ਸਾਹਿਬ ਜੀ ਦੋਹਰਾ। ਪੰਚੋ ਸਿੱਖ ਪਰਵਾਰ ਕਰ, ਸਤਿਗੁਰ ਤਨ ਤਿਸ ਕਾਲ। ਮੰਦ ਮੰਦ ਰੋਦਿਤ ਅਧਿਕ, ਸੰਕਟ ਪਾਈ ਕਰਾਲ। ਪੰਚੋ ਸਿੱਖ ਪਰਵਾਰ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ, ਜੁਗੋ ਜੁਗ ਅਟਲ ਸ਼ਬਦ ਗੁਰੂ, ਚਵਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਬੇਅੰਤ ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਰਿ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ, ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ, ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼, ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਆਪ ਜੀ ਨੇ ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਹਾਜ਼ਰੀਆਂ ਭਰਦਿਆਂ ਸਮੇਂ ਸੁਆਸਾਂ ਨੂੰ ਸਫਲਿਆਂ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਸਤਿਗੁਰੂ ਦੇ ਇਤਿਹਾਸ ਜੀਵਨ ਬਿਰਤਾਂਤ ਦੀ ਵਿਚਾਰ ਚੱਲ ਰਹੀ ਹੈ। ਪੰਜਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ, ਧੰਨ 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 ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਲਾਹੌਰ ਸ਼ਹਿਰ ਰਾਵੀ ਦਰਿਆ ਦੇ ਕੰਢੇ ਉੱਪਰ ਪੰਜਾਂ ਗੁਰਸਿੱਖਾਂ ਨੂੰ ਅੰਤਮ ਉਪਦੇਸ਼ ਬਖਸ਼ਿਸ਼ ਕਰਕੇ ਰਾਵੀ ਦਰਿਆ ਦੇ ਕਿਨਾਰੇ 'ਤੇ ਗੁਰੂ ਪਾਤਸ਼ਾਹ ਜੀ ਨੇ ਬਿਰਾਜਮਾਨ ਹੋ ਕੇ ਆਪਣੇ ਸਰੀਰ ਦੇ ਉੱਪਰ ਚਾਦਰਾ ਤਾਣ ਲਿਆ। ਸੋ ਚਿੱਟਾ ਚਾਦਰਾ ਤਾਣ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਮੁੱਖ ਮੰਡਲ ਵੀ ਢੱਕ ਲਿਆ। ਇੱਕ ਛਿਨ ਵਿੱਚ ਹੀ ਆਪਣੇ ਪਾਵਨ ਸਰੀਰ ਨੂੰ ਤਿਆਗ ਕਰਕੇ ਸੱਚਖੰਡ ਪਿਆਨਾ ਕਰਕੇ ਸਮੂਹ ਦੇਵਤਾ ਮੰਡਲ ਦੇ ਪੁਰੀਆਂ ਦੇ ਦੇਵਤੇ ਜਨ, ਪੀਰ ਔਲੀਏ ਅਵਤਾਰ ਆਕਾਸ਼ ਵਿੱਚ ਇਕੱਤਰ ਹੋਏ ਹਨ। ਸਤਿਗੁਰੂ ਪਾਤਸ਼ਾਹ ਜੀ ਦੀ ਜੈ ਜੈਕਾਰ, ਜਸ ਕੀਰਤੀ ਵਡਿਆਈ ਕਰਦੇ ਹਨ। ਲਾਹੌਰ ਨਿਵਾਸੀਆਂ ਨੇ ਤੱਕਿਆ ਕਿ ਅਚਾਨਕ ਹੀ ਆਕਾਸ਼ ਦੇ ਵਿੱਚ ਲਾਲੀ ਫਿਰ ਗਈ ਹੈ। ਆਕਾਸ਼ ਦਾ ਰੰਗ ਲਾਲ ਹੋ ਗਿਆ, ਸਮਝ ਕਿਸੇ ਨੂੰ ਕੋਈ ਪੈ ਨਹੀਂ ਰਿਹਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਵਿਵਾਨ ਉੱਚਾ ਹੀ ਉੱਚਾ ਉੱਠਦਾ ਹੋਇਆ ਸੱਚਖੰਡ ਧਾਮ ਦੇ 'ਚ ਪਹੁੰਚ ਗਿਆ। ਜਿੱਥੋਂ ਤੱਕ ਕਿਸੇ ਦੇਵਤੇ ਦੀ ਜਾਨ ਦੀ ਪਹੁੰਚ ਸੀ,
ਉਹ ਨਾਲ ਜੈ ਜੈਕਾਰ ਕਰਦੇ ਹੋਏ, ਸਿਫਤ ਸਲਾਹ ਗਾਇਨ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਦੇ ਵਿਵਾਨ ਦੇ ਨਾਲ ਗਏ ਹਨ। ਫਿਰ ਹੜ ਕਰਕੇ ਵਾਪਸ ਆਏ। ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਹਿਮਾ ਵਡਿਆਈ ਕਰਦੇ ਹੋਏ ਆਖਦੇ ਨੇ ਕਿ ਧਰਤੀ ਮੰਡਲ ਦੇ ਉੱਪਰ ਅੱਜ ਤੱਕ ਇਹੋ ਜਿਹਾ ਸਹਿਨਸ਼ੀਲਤਾ ਵਾਲਾ ਸ਼ਾਂਤ ਆਤਮਾ, ਇੰਨੀ ਭਾਰੀ ਸਮਰੱਥਾ ਸ਼ਕਤੀ ਦਾ ਮਾਲਕ ਹੋਣ ਦੇ ਬਾਵਜੂਦ ਵੀ ਕਰਾਮਾਤ ਸ਼ਕਤੀ ਨੂੰ ਪ੍ਰਗਟ ਨਾ ਕਰਨਾ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਹੀ ਹਨ, ਜਿਨ੍ਹਾਂ ਨੇ ਇੰਨੇ ਭਾਰੀ ਦੁੱਖ ਕਸ਼ਟ ਆਪਣੇ ਸਰੀਰ ਉੱਪਰ ਝੱਲ ਲਏ, ਪਰ ਆਪਣੀ ਆਤਮ ਸੱਤਿਆ ਨੂੰ ਪ੍ਰਗਟ ਕਰਕੇ ਨਹੀਂ ਵਿਖਾਇਆ। ਚਾਹੁੰਦੇ ਤਾਂ ਇੱਕ ਸੰਕਲਪ ਦੇ ਨਾਲ ਹੀ ਦੁਸ਼ਟ ਚੰਦੂ ਦੀਆਂ ਜੜ੍ਹਾਂ ਉਖੇੜ ਸਕਦੇ ਸਨ, ਪਰ ਗੁਰੂ ਪਾਤਸ਼ਾਹ ਨੇ ਸੰਕਲਪ ਤੱਕ ਵੀ ਪੈਦਾ ਨਹੀਂ ਕੀਤਾ, ਫੁਰਨਾ ਤੱਕ ਨਹੀਂ ਕੀਤਾ ਕਿ ਦੁਸ਼ਟ ਨੂੰ ਸੁੱਖਾਂ ਤੋਂ, ਚੰਦੂ ਨੂੰ ਸੁੱਖਾਂ ਤੋਂ ਹੀਣਾ ਕਰ ਦਿੱਤਾ ਜਾਏ, ਖਾਲੀ ਕਰ ਦਿੱਤਾ ਜਾਏ। ਐਸੇ ਸਬਰ, ਸੰਤੋਖ, ਸਹਿਨਸ਼ੀਲਤਾ, ਸ਼ਾਂਤੀ ਦੇ ਧਾਰਨੀ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਿਨ੍ਹਾਂ ਵਰਗਾ ਨਾ ਕੋਈ ਹੋਇਆ ਤੇ ਕਹਿੰਦੇ ਨਾ ਹੋਣਾ ਹੈ। ਇਹ ਦੇਵਤੇ ਮਹਿਮਾ ਕਰਦੇ ਹਨ ਕਿ ਇੰਨੀ ਸਮਰੱਥਾ ਹੋਣ ਦੇ ਬਾਵਜੂਦ ਵੀ ਸਰੀਰ 'ਤੇ ਅਸਹਿ ਕਸ਼ਟਾਂ ਨੂੰ ਝੱਲ ਕਰਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿਣਾ, ਮੁਖ ਤੋਂ ਬਚਨ ਕਹਿਣੇ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਐਸੇ ਦੀਨ ਦਿਆਲ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦਾ ਸ਼ਹੀਦੀ ਬਿਰਤਾਂਤ ਪ੍ਰਸੰਗ ਆਪ ਜੀ ਸਰਵਣ ਕੀਤਾ ਹੈ, ਜਿੱਥੇ ਗੁਰੂ ਕੇ ਇਤਿਹਾਸ ਦੀ ਲੜੀਵਾਰ ਵਿਚਾਰ ਕਰਨੀ ਹੈ, ਉੱਥੇ ਅੱਜ ਦਾ ਉਹ ਦਿਨ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਭਾਰਤ ਸਰਕਾਰ ਵੱਲੋਂ, ਹਿੰਦੁਸਤਾਨ ਦੀਆਂ ਫੌਜਾਂ ਵੱਲੋਂ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ। 4 ਜੂਨ ਦਾ ਦਿਨ ਕੌਮ ਦੇ ਵੱਲੋਂ ਘੱਲੂਘਾਰਾ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ। ਸੋ 3 ਜੂਨ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਵਸ ਮਨਾਉਣ ਵਾਸਤੇ ਇਕੱਤਰ ਹੋਈਆਂ ਸਿੱਖ ਸੰਗਤਾਂ 4 ਜੂਨ ਅੰਮ੍ਰਿਤ ਵੇਲੇ 4:30 ਵਜੇ ਦੇ ਕਰੀਬ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਆ ਕਰਕੇ ਤੋਪ ਦਾ ਪਹਿਲਾ ਗੋਲਾ ਵੱਜਾ। ਜਦੋਂ ਬਜ਼ੁਰਗਾਂ, ਬੱਚਿਆਂ, ਬੀਬੀਆਂ ਨੂੰ ਕੋਹ ਕਰਕੇ ਦੁਸ਼ਟਾਂ ਜ਼ਾਲਮਾਂ ਦੇ ਵੱਲੋਂ ਸ਼ਹੀਦ ਕੀਤਾ ਗਿਆ, ਕੌਮ ਨੇ ਉਸ ਸਾਕੇ ਨੂੰ ਤੀਜਾ ਘੱਲੂਘਾਰਾ ਦਾ ਨਾਮ ਦਿੱਤਾ ਹੈ, ਜੋ 1 ਜੂਨ ਤੋਂ ਗੋਲੀਬਾਰੀ ਸ਼ੁਰੂ ਹੋਈ ਸੀ, ਉਹ 4 ਤਰੀਕ ਤੋਂ ਟੈਂਕਾਂ ਤੇ ਤੋਪਾਂ ਦੇ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਜੀ ਵੱਲ ਮੂੰਹ ਕਰਕੇ ਤੋਪਾਂ ਤੇ ਟੈਂਕ ਅੰਦਰ ਵਾੜ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਾਵਨ ਮਹਾਨ ਉਸ ਬਿਲਡਿੰਗ ਨੂੰ, ਜੋ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥੀਂ ਸਿਰਜੀ ਸੀ, ਨਹਿ ਰਾਜ ਕੋ ਹਾਥ ਲਗਾਇਓ, ਬੁੱਢੇ ਅਰ ਗੁਰਦਾਸ ਬਣਾਇਓ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਜੀ, ਜਿਹੜੇ ਨਾਲ 2 ਸੇਵਾਦਾਰ ਲੱਗੇ ਸਨ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪ ਜਿਸ ਤਖਤ ਦੀ ਸਿਰਜਣਾ ਕੀਤੀ, ਉਸ ਤਖਤ ਦੇ ਉੱਪਰ ਜ਼ਾਲਮ ਸਰਕਾਰ ਵੱਲੋਂ ਹਮਲਾ ਕੀਤਾ ਗਿਆ ਔਰ ਬੜਾ ਦਰਦਨਾਕ ਸਾਕਾ ਵਰਤਾਇਆ ਗਿਆ। ਅੱਜ ਉਹ ਇਤਿਹਾਸਕ ਦਿਨ ਹੈ। 4 ਜੂਨ ਤੋਂ ਲੈ ਕੇ 5-6 ਜੂਨ ਤੱਕ ਟੈਂਕਾਂ ਤੇ ਤੋਪਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਗੋਲਾਬਾਰੀ ਹੁੰਦੀ ਰਹੀ। ਆਪਣੇ ਹੱਕ ਮੰਗਦੇ ਹੋਏ ਸਿੱਖਾਂ ਦੇ ਉੱਪਰ ਜ਼ਬਰ ਜ਼ੁਲਮ ਦੀ ਇੰਤਹਾ ਆਪਣੇ ਹੀ ਦੇਸ਼ ਦੀ ਸਰਕਾਰ ਤੇ ਫੌਜ ਵੱਲੋਂ ਕੀਤੀ ਗਈ।
ਇਸ ਪਾਵਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸੰਨ 1973 ਦੇ ਵਿੱਚ ਇੱਕ ਮਤਾ ਤਿਆਰ ਕੀਤਾ। ਮਤੇ ਨੂੰ ਲਿਖਣ ਵਾਲੇ ਸਨ ਸਰਦਾਰ ਕਪੂਰ ਸਿੰਘ, ਜਿਸ ਵਿੱਚ ਸਿੱਖ ਕੌਮ ਦੀਆਂ ਹੱਕੀ ਮੰਗਾਂ ਦਾ ਵਰਣਨ ਕੀਤਾ ਸੀ। ਸੰਨ 1947 ਤੋਂ ਲੈ ਕੇ 84 ਤੱਕ ਜੋ ਧੱਕੇ ਹੁੰਦੇ ਆ ਰਹੇ ਸਨ, ਜ਼ਿਆਦਤੀ ਹੁੰਦੀ ਆ ਰਹੀ ਸੀ, ਉਹ ਮੰਗਾਂ ਮਨਵਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਧਰਮ ਯੁੱਧ ਮੋਰਚਾ ਲਾਇਆ ਗਿਆ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਪਹਿਲਾਂ ਇਹ ਮੋਰਚਾ ਪ੍ਰਾਰੰਭ ਕੀਤਾ ਸੀ। ਗ੍ਰਿਫਤਾਰ ਕੀਤੇ ਹੋਏ ਸਿੰਘਾਂ ਦੀ ਰਿਹਾਈ ਵਾਸਤੇ ਬਾਬਾ ਥਾਰਾ ਸਿੰਘ, ਭਾਈ ਅਮਰ ਸ਼ਹੀਦ, ਭਾਈ ਸ਼ਬੇਗ, ਭਾਈ ਅਮਰੀਕ ਸਿੰਘ ਜੀ ਦੀ ਰਿਹਾਈ ਵਾਸਤੇ ਅਕਾਲੀ ਦਲ ਨੇ ਥਾਵਾਂ ਥਾਵਾਂ 'ਤੇ ਵੱਖਰੇ ਵੱਖਰੇ ਆਪਣੇ ਮੋਰਚੇ ਛੱਡ ਕੇ ਸਮੁੱਚੇ ਪੰਥ ਵੱਲੋਂ ਅਰਦਾਸ ਬੇਨਤੀ ਕਰਕੇ ਦੀਵਾਨ ਹਾਲ ਮੰਜੀ ਸਾਹਿਬ ਤੋਂ ਇਸ ਮੋਰਚੇ ਦੀ ਪ੍ਰਾਰੰਭਤਾ ਕੀਤੀ ਗਈ। ਹਜ਼ਾਰਾਂ ਦੀ ਤਾਦਾਦ 'ਚ ਰੋਜ਼ਾਨਾ ਹੀ ਜਥੇ ਗ੍ਰਿਫਤਾਰੀਆਂ ਦੇ ਰਹੇ ਸਨ। ਬਿਲਕੁਲ ਸ਼ਾਂਤੀਪੂਰਨ ਇਹ ਮੋਰਚਾ ਚੱਲ ਰਿਹਾ ਸੀ। ਇਸ ਮੋਰਚੇ ਨੂੰ ਖਤਮ ਕਰਨ ਵਾਸਤੇ, ਸਿੱਖਾਂ ਨੂੰ ਦਬਾਉਣ ਵਾਸਤੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਫੌਜਾਂ ਚਾੜ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਹਮਲਾ ਕੀਤਾ ਗਿਆ। ਜਿਸ ਹਮਲੇ ਨੂੰ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ, ਜਿਸ ਨੂੰ ਪੰਜਾਬੀ ਵਿੱਚ ਕਹਿੰਦੇ ਨੇ ਸਾਕਾ ਨੀਲਾ ਤਾਰਾ। ਨੀਲੀਆਂ ਪੱਗਾਂ ਵਾਲਿਆਂ ਦੇ ਵਿਰੁੱਧ ਕਾਰਵਾਈ। ਸੋ ਸਿੱਖ ਕੌਮ ਨੇ ਉਸ ਸਾਕੇ ਨੂੰ ਨਾਮ ਦਿੱਤਾ ਹੈ ਤੀਜਾ ਘੱਲੂਘਾਰਾ, ਜਿਸ ਵਿੱਚ ਬਹੁਤ ਵੱਡਾ ਜਾਨੀ ਔਰ ਮਾਲੀ ਨੁਕਸਾਨ ਗੁਰੂ ਪੰਥ ਦਾ ਹੋਇਆ। ਬਹੁਤ ਪੁਰਾਤਨ ਲਿਟਰੇਚਰ, ਸਤਿਗੁਰੂ ਪਾਤਸ਼ਾਹ ਦੇ ਪਾਵਨ ਸਰੂਪ ਅਤੇ ਪੋਥੀਆਂ ਜਿਹੜੀਆਂ ਸਨ, ਕੁਝ ਸਰਕਾਰ ਵੱਲੋਂ ਚੁੱਕ ਲਈਆਂ ਗਈਆਂ, ਕੁਛ ਨੂੰ ਅੱਗਾਂ ਲਾ ਦਿੱਤੀਆਂ ਗਈਆਂ। ਸੋ ਇਸ ਤਰ੍ਹਾਂ ਸਤਿਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੀ ਬੇਅਦਬੀ ਕੀਤੀ ਗਈ। ਉਹ ਅੱਜ ਦਾ ਦਿਨ ਹੈ 4 ਜੂਨ ਦਾ। 6 ਜੂਨ ਵਾਲੇ ਦਿਨ ਉਹਨਾਂ ਮਹਾਨ ਮਰਜੀਵੜਿਆਂ ਬਹਾਦਰਾਂ ਦੀ ਯਾਦ ਨੂੰ ਹਰ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਭਾਰਤੀ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੀ ਪਵਿੱਤਰਤਾ ਬਹਾਲ ਰੱਖਣ ਵਾਸਤੇ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਅਮਰ ਸ਼ਹੀਦ ਭਾਈ ਸਾਹਿਬ ਭਾਈ ਸ਼ਬੇਗ ਸਿੰਘ, ਭਾਈ ਸਾਹਿਬ ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਬਾਕੀ ਸਾਥੀ, ਜਿਨ੍ਹਾਂ ਨੇ ਬੜੀ ਬਹਾਦਰੀ ਅਤੇ ਸੂਰਮਤਾਈ ਨਾਲ ਹਿੰਦੁਸਤਾਨ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ ਔਰ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਜਿਹੜੇ ਲੋਕ ਕਹਿੰਦੇ ਸਨ ਕਿ ਬਸ ਕੁਛ ਘੰਟਿਆਂ ਦੀ ਕਾਰਵਾਈ ਹੈ, ਉਹਨਾਂ ਨੂੰ 3-4 ਦਿਨ ਤੱਕ ਲਾਗੇ ਨਹੀਂ ਲੱਗਣ ਦਿੱਤਾ। ਸੋ ਮਰਜੀਵੜਿਆਂ ਮਰਦਾਂ ਦੀ ਤਰ੍ਹਾਂ ਹੱਸ ਕਰਕੇ ਸ਼ਹੀਦੀਆਂ ਪ੍ਰਾਪਤ ਕਰਦਿਆਂ ਹੋਇਆਂ, ਅੰਤਲੇ ਸਾਹ ਤੱਕ ਦੁਸ਼ਮਣਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦੀਆਂ ਪਾਈਆਂ। ਉਹਨਾਂ ਸ਼ਹੀਦਾਂ ਨੂੰ ਹਰ ਸਾਲ 6 ਜੂਨ ਨੂੰ ਯਾਦ ਕੀਤਾ ਜਾਂਦਾ ਹੈ। ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਔਰ ਅੱਜ ਦੇ ਦਿਨ ਜਿਨ੍ਹਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਸ਼੍ਰੀ ਦਰਬਾਰ ਸਾਹਿਬ ਹਾਜ਼ਰੀਆਂ ਭਰੀਆਂ 3 ਜੂਨ ਸੰਨ 1984 ਨੂੰ, ਔਰ ਅੱਜ ਦੇ ਤੜਕੇ ਹੀ ਵੱਡਾ ਹਮਲਾ ਪ੍ਰਾਰੰਭ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਬੇਅੰਤ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਕੋਟਾਨ ਕੋਟਵਾਰੀ ਨਮਸਕਾਰ ਹੈ, ਜਿਨ੍ਹਾਂ ਨੇ ਆਪਣੇ ਸੱਚੇ ਸਾਹਿਬ ਦੇ ਪਾਵਨ ਸਥਾਨ 'ਤੇ ਨਤਮਸਤਕ ਹੋਣ ਵਾਸਤੇ ਹਾਜ਼ਰੀਆਂ ਭਰੀਆਂ ਔਰ ਭਾਰਤ ਸਰਕਾਰ ਉਸ ਦੀ ਫੌਜ ਦੇ ਵਹਿਸ਼ੀਆਨਾ ਕਾਰਨਾਮੇ ਦੇ ਸ਼ਿਕਾਰ ਹੋਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਨਾਂ ਮਹਾਨ ਸ਼ਹੀਦਾਂ ਨੂੰ, ਉਹਨਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਹੀ ਯਾਦ ਕਰਨ ਦੀ ਕੌਮ ਨੂੰ ਤੌਫੀਕ ਬਖਸ਼ਣ, ਉਦਮ ਬਖਸ਼ਣ
ਜਿਸ ਕਰਕੇ ਆਪਣੇ ਗੁਰਧਾਮਾਂ ਦੀ ਪਵਿੱਤਰਤਾ ਵਾਸਤੇ ਹਮੇਸ਼ਾ ਹੀ ਗੁਰੂ ਕਾ ਪੰਥ, ਗੁਰੂ ਕਾ ਖਾਲਸਾ ਧਰਮ ਵਾਸਤੇ, ਕੌਮ ਵਾਸਤੇ ਜੂਝਦਾ ਹੋਇਆ, ਆਪਣੇ ਹੱਕਾਂ ਵਾਸਤੇ, ਹੱਕ ਸੱਚ ਤੇ ਇਨਸਾਫ ਵਾਸਤੇ ਚੜ੍ਹਦੀਆਂ ਕਲਾਂ ਵਿੱਚ ਰਹਿਣਾ ਕਰੇ। ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਜਿਵੇਂ ਅੱਗੇ ਭਾਈ ਸਾਹਿਬ ਜੀ ਅਗਲਾ ਪ੍ਰਸੰਗ ਇਤਿਹਾਸ ਸੁਣਾ ਰਹੇ ਨੇ, ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਰਵਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਦੋਹਰਾ ਪੰਚੋ ਸਿੱਖ ਪਰਵਾਰ ਕਰ, ਸਤਿਗੁਰ ਤਨ ਤਿਸ ਕਾਲ। ਪੰਜੇ ਸਿੱਖ ਜਿਹੜੇ ਸਨ, ਪਰਿਵਾਰ ਕਰ ਦਾ ਅਰਥ ਹੈ ਆਸੇ ਪਾਸੇ ਬੈਠੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤਨ ਤਿਸ ਕਾਲ। ਤਨ ਦਾ ਅਰਥ ਹੈ ਸਰੀਰ। ਜੋ ਗੁਰੂ ਪਾਤਸ਼ਾਹ ਦਾ ਪਾਵਨ ਸਰੀਰ ਰਾਵੀ ਦਰਿਆ ਦੇ ਕੰਢੇ 'ਤੇ ਸੁਭਾਏਮਾਨ ਹੈ। ਚਿੱਟਾ ਚਾਦਰਾ ਸਾਹਿਬਾਂ ਤਾਣਿਆ ਹੋਇਆ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਨਿਰੰਕਾਰ ਵਿੱਚ ਭੇਦ ਹੋ ਚੁੱਕੀ ਹੈ। ਪੰਜੇ ਗੁਰਸਿੱਖ ਉਸ ਸਮੇਂ ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪਿਰਾਣਾ ਤੇ ਭਾਈ ਪੈੜਾ ਜੀ ਸਤਿਗੁਰੂ ਪਾਤਸ਼ਾਹ ਦੇ ਪਾਵਨ ਸਰੀਰ ਦੇ ਆਸੇ ਪਾਸੇ ਬੈਠੇ ਹਨ। ਮੰਦ ਮੰਦ ਰੋਦਤ ਅਧਿਕ, ਸੰਕਟ ਪਾਏ ਕਰਾਲ। ਸਹਿਜੇ ਸਹਿਜੇ ਹਉਕੇ ਭਰ ਰਹੇ ਹਨ। ਪਿਆਰੇ ਸਤਿਗੁਰੂ ਦੀ ਯਾਦ ਵਿੱਚ ਮਨ ਜਿਹੜਾ ਲੀਨ ਹੈ, ਆਪ ਮੁਹਾਰੇ ਨੇਤਰਾਂ ਤੋਂ ਪ੍ਰੇਮ ਤੇ ਵਿਰਾਗ ਦੇ ਅੰਸੂ ਹੰਝੂ ਵਹਿ ਰਹੇ ਹਨ। ਸੰਕਟ ਪਾਏ ਕਰਾਲ, ਜੋ ਮਾਨਸਿਕ ਪੀੜਾ ਦੇ ਵਿੱਚੋਂ ਗੁਜ਼ਰ ਰਹੇ ਨੇ ਗੁਰੂ ਕੇ ਸਿੱਖ, ਉਹ ਸਮਾਂ ਉਹੀ ਜਾਣਦੇ ਹਨ। ਜੇ ਸਤਿਗੁਰੂ ਦੇ ਨਾਲ ਅੰਤਾਂ ਦਾ ਅਥਾਹ ਪਿਆਰ ਹੈ, ਉਹ ਸਤਿਗੁਰੂ ਦਾ ਵਿਛੋੜਾ ਬਰਦਾਸ਼ਤ ਕਰਨਾ ਸਿੱਖਾਂ ਵਾਸਤੇ ਅਸਹਿ ਹੈ, ਕਿਉਂਕਿ ਮਨੁੱਖ ਦਾ ਹਿਰਦਾ ਕੋਈ ਪੱਥਰ ਨਹੀਂ ਹੈ। ਸਿੱਖ ਧਰਮ ਵਿੱਚ ਕੀਰਨੇ ਪਾਉਣੇ, ਝਿੰਗਾੜਾ ਮਾਰਨੀਆਂ, ਸਿਆਪੇ ਕਰਨੇ ਮਨਾਹੀ ਹੈ। ਪਰ ਪਿਆਰੇ ਦੀ ਯਾਦ ਵਿੱਚ ਕੁਛ ਚਾਰ ਹੰਝੂ ਅੱਖਾਂ ਵਿੱਚੋਂ ਵਹਿ ਤੁਰਨ ਤਾਂ ਇਹਨੂੰ ਗੁਨਾਹ ਵੀ ਨਹੀਂ ਮੰਨਿਆ ਜਾਂਦਾ। ਸੋ ਜਿਸ ਪਿਆਰੇ ਦੇ ਨਾਲ ਪਿਆਰ ਹੋਵੇ, ਨੇਹ ਹੋਵੇ, ਸਨੇਹ ਹੋਵੇ, ਉਸ ਦੀ ਯਾਦ ਵਿੱਚ ਹੰਝੂਆਂ ਦਾ ਕਿਰ ਜਾਣਾ ਇੱਕ ਮਨੁੱਖੀ ਜਿਉਂਦੇ ਜਿੰਦਾ ਦਿਲ ਦੀ ਨਿਸ਼ਾਨੀ ਹੈ। ਪੱਥਰ ਦਿਲ ਦੀ ਨਹੀਂ, ਸਗੋਂ ਇੱਕ ਜਿੰਦਾ ਦਿਲ ਦੀ ਨਿਸ਼ਾਨੀ ਹੈ। ਕਿਉਂਕਿ ਮਨੁੱਖ ਦਾ ਹਿਰਦਾ ਇਸ ਤਰ੍ਹਾਂ ਦਾ ਹੈ ਕਿ ਬਾਹਰੀ ਤੌਰ 'ਤੇ ਜਾਂ ਅੰਦਰੂਨੀ ਤੌਰ 'ਤੇ ਜਦੋਂ ਕਿਤੇ ਕੋਈ ਵਾਦ ਘਾਤ ਉਤਰਾ ਚੜ੍ਹਾਅ ਆਉਂਦਾ ਹੈ, ਫਿਰ ਸਤਿਗੁਰੂ ਪਾਤਸ਼ਾਹ ਦੇ ਜੀਵਨ ਦੇ ਸੰਬੰਧ ਵਿੱਚ ਉਹ ਗੁਰੂ ਕੇ ਸਿੱਖ ਵਾਸਤੇ ਅਸਹਿ ਹੋਇਆ ਕਰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਟੱਠੀ ਹੋਈ, ਖੰਡਰ ਹੋਈ ਪਾਵਨ ਇਮਾਰਤ ਵੇਖ ਕਰਕੇ ਧਾਹਾਂ ਮਾਰਦੇ ਹੋਏ ਸਿੱਖ ਰੋਂਦੇ ਹੋਏ ਵੇਖੇ ਗਏ। ਜਦੋਂ 84 ਤੋਂ ਬਾਅਦ, 84 ਦੇ ਸਾਕੇ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਫੌਜ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ, ਤਾਂ ਕਿਹੜਾ ਐਸਾ ਭਾਵਨਾ ਵਾਲਾ ਸਿੱਖ ਸੀ ਕਿ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸ ਅਵਸਥਾ ਨੂੰ, ਹਾਲਤ ਨੂੰ ਵੇਖ ਕਰਕੇ ਜਿਸ ਦੇ ਨੇਤਰਾਂ ਵਿੱਚ ਹੰਝੂ ਨਾ ਆਏ ਹੋਣ, ਜਿਸ ਦਾ ਹਿਰਦਾ ਗਮ ਦੇ ਵਿੱਚ ਗੋਤੇ ਨਾ ਖਾਂਦਾ ਹੋਵੇ। ਸੋ ਇਹ ਮਨੁੱਖੀ ਮਨ ਦੇ ਦਿਲੀ ਭਾਵ ਵਲਵਲੇ ਹੁੰਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸੱਚਖੰਡ ਬਿਆਨਾ ਕਰਨਾ, ਫਿਰ ਸਰੀਰ 'ਤੇ ਅਸਹਿ ਤੇ ਅਕਹਿ ਕਸ਼ਟ ਝੱਲਣਾ ਗੁਰੂ ਕੇ ਸਿੱਖਾਂ ਵਾਸਤੇ ਬੜਾ ਅਸਹਿ ਹੈ। ਭਾਈ ਸਾਹਿਬ ਕਹਿੰਦੇ ਮੰਦ ਮੰਦ ਰੋਦ ਦਦਕ, ਸਹਿਜੇ ਸਹਿਜੇ ਹੌਲੀ ਹੌਲੀ ਆਵਾਜ਼ ਵਿੱਚ ਸਿਸਕੀਆਂ ਭਰਦੇ ਹੌਕੇ ਲੈ ਰਹੇ ਹਨ। ਆ ਮੁਹਾਰੇ ਨੇਤਰਾਂ ਤੋਂ ਪਿਆਰ ਦਾ ਜਲ ਵਹਿ ਰਿਹਾ ਹੈ। ਮਾਨਸਿਕ ਤੌਰ 'ਤੇ ਮਨ ਕਰਕੇ ਸੰਕਟ ਪਾਏ ਕਰਾਲ, ਭਿਆਨਕ ਬੜਾ ਸੰਕਟ ਤੇ ਦੁੱਖ ਪ੍ਰਤੀਤ ਕਰਦੇ ਹਨ। ਚੌਪਈ ਕਹਿ ਜੇਠਾ ਹਡਵੰਸ ਵਡਹੰਸ ਗਾਵੋ। ਭਾਈ ਜੇਠਾ ਜੀ ਕਹਿਣ ਲੱਗਾ, ਕਹਿ ਜੇਠਾ ਵਡਹੰਸੇ ਗਾਵੋ, ਗੁਰ ਪਰਲੋਕ ਭਾ ਸ਼ਬਦ ਸੁਣਾਵੋ।
ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਰਲੋਕ ਗਮਨ ਹੋਇਆ, ਸੱਚਖੰਡ ਪਿਆਨਾ ਹੋਇਆ ਹੈ। ਇਸ ਵਾਸਤੇ ਗੁਰੂ ਕੇ ਸਿੱਖੋ, ਢਹਿੰਦੀ ਕਲਾ ਵਿੱਚ ਜਾਂਦੇ ਹੋਏ ਮਨ ਨੂੰ ਸਥਿਰਤਾ, ਟਿਕਾ, ਸ਼ਾਂਤੀ ਦੇ ਘਰ ਵਿੱਚ ਟਿਕਾਉਣ ਵਾਸਤੇ ਗੁਰੂ ਕੀ ਬਾਣੀ ਹੀ ਸਹਾਰਾ ਹੈ। ਇਸ ਵਾਸਤੇ ਭਾਈ ਜੇਠਾ ਜੀ ਨੇ ਪ੍ਰੇਰਨਾ ਦਿੱਤੀ, ਗੁਰੂ ਕੇ ਸਿੱਖੋ ਵਡਹੰਸ ਰਾਗ ਅੰਦਰ ਜੋ ਪਾਵਨ ਗੁਰੂ ਕੀ ਬਾਣੀ ਅਲਾਹਣੀਆਂ ਹਨ, ਉਸ ਪਾਵਨ ਬਾਣੀ ਦਾ ਗਾਇਨ ਕਰੋ। ਕਾਰਾਗ੍ਰਹਿ ਥਲ ਪਾਪੀ ਜਬੈਸੇ, ਕਰਤ ਪ੍ਰਤੀਖਨ ਆਏ ਨਾ ਕੈਸੇ। ਦੂਜੇ ਪਾਸੇ ਜਿੱਥੇ ਸਾਹਿਬਾਂ ਨੂੰ ਕੈਦ ਕਰਕੇ ਰੱਖਿਆ ਸੀ 4-5 ਦਿਨ, ਉੱਥੇ ਦੁਸ਼ਟ ਚੰਦੂ ਬੈਠਾ ਉਡੀਕ ਕਰਦਾ ਹੈ ਕਿ ਗੁਰੂ ਪਾਤਸ਼ਾਹ, ਗੁਰੂ ਜੀ ਅਜੇ ਤੱਕ ਆਏ ਕਿਉਂ ਨਹੀਂ ਹਨ। ਵੱਡੀ ਦੇਰ ਲਾਗੀ ਨਹਿ ਆਈ, ਕਹਾਂ ਭਈ ਗਤ ਲਖੀ ਨਾ ਜਾਈ। ਉੱਥੇ ਬੈਠਾ ਹੋਇਆ ਪਾਪੀ ਸੋਚ ਰਿਹਾ ਹੈ, ਬੜੀ ਵੱਡੀ ਢੇਰ ਲੱਗ ਗਈ ਹੈ, ਕਿੰਨਾ ਸਮਾਂ ਹੋ ਗਿਆ ਗਿਆ ਨੂੰ। ਕਹਾਂ ਭਈ ਗਤ ਕੀ ਗੱਲ ਹੋ ਗਈ, ਕੀ ਹਾਲਤ ਹੋਈ, ਕੀ ਕਾਰਨ ਹੈ। ਲਖੀ ਨਾ ਜਾਏ, ਸਮਝ ਕੁਛ ਨਹੀਂ ਆ ਰਿਹਾ, ਲਖਿਆ ਕੁਛ ਨਹੀਂ ਜਾ ਰਿਹਾ, ਕੀ ਕਾਰਨ ਹੋ ਸਕਦਾ ਹੈ। ਇਤਨੇ ਮਹਿ ਉਤਲਾਵਤ ਆਵਾ, ਸੇਵਕ ਸੰਗ ਕਿਤੇ ਕਰ ਲਾਵਾ। ਇਹ ਸੋਚਾਂ ਵਿਚਾਰਾਂ ਕਰਕੇ ਇੰਨੇ ਸਮੇਂ ਤੱਕ ਚੱਲਦਾ ਹੋਇਆ ਇਹ ਦੁਸ਼ਟ ਚੰਦੂ ਆਪ ਆ ਗਿਆ। ਨਾਲ ਆਪਣੇ ਕਈ ਸਿੱਖ ਸੇਵਕ ਜਿਹੜੇ ਸਨ, ਇਹਦੇ ਚੇਲੇ ਚਾਟੜੇ, ਇਹਦੇ ਅਹਿਲਕਾਰ, ਇਹਦੇ ਸਿਪਾਹੀ ਜਿਹੜੇ ਸਨ। ਉਹ ਸੇਵਕ ਸੰਗ ਦਾ ਅਰਥ ਇੱਥੇ ਸਿੱਖ ਨਹੀਂ ਹੈ, ਜਿਹੜੇ ਚੰਦੂ ਦੇ ਸੇਵਾਦਾਰ ਸਨ, ਨੌਕਰ ਚਾਕਰ ਸਨ, ਉਹਦਾ ਭਾਵ ਇੱਥੇ ਸਿੱਖ ਸੇਵਕ ਸੰਗ। ਸੋ ਉਹ ਜਿਹੜੇ ਸੇਵਾਦਾਰ ਸਨ, ਇਹਦੇ ਸੇਵਕ ਨੌਕਰ ਚਾਕਰ, ਉਹਨਾਂ ਨੂੰ ਨਾਲ ਲੈ ਕਰਕੇ ਆਇਆ। ਤੂਰਨ ਆਏ ਤੀਰ ਪਰ ਹੀਰੇ, ਪਰੇ ਚਾਦਰੇ ਤਾਨ ਬਡੇਰੇ। ਤੂਰਨ ਛੇਤੀ ਨਾਲ ਆ ਕੇ ਤੀਰ ਕੰਢਾ, ਰਾਵੀ ਦਰਿਆ ਦੇ ਕੰਢੇ ਤੇ ਬਰਾਜੇ ਹੋਏ ਸਤਿਗੁਰੂ ਪਾਤਸ਼ਾਹ ਜੀ ਦੇ ਤਾਂ ਹੀ ਵੇਖਿਆ ਕਿ ਵੇਖਿਓ ਉਸ ਪਰੇ ਚਾਦਰੇ ਤਾਨ ਵਡੇਰੇ, ਕੇ ਵੱਡਾ ਸਾਰਾ ਚਾਦਰਾ ਤਾਨ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲੇਟੇ ਹੋਏ ਹਨ। ਬਹੁਤ ਦਿਨ ਭਏ ਨਾ ਸੁਪਤਨ ਦੇਨਾ, ਪਿਕ ਅਵਸਰ ਕੋ ਨਿੰਦਰਾ ਲੀਨਾ। ਮਨ ਚ ਸੋਚਣ ਲੱਗਾ ਕਿ ਬੜੇ ਦਿਨ ਹੋ ਗਏ ਨੇ, ਮੈਂ ਇਹਨਾਂ ਨੂੰ ਸੌਣ ਨਹੀਂ ਸੀ ਦਿੱਤਾ, ਤੇ ਹੁਣ ਅਵਸਰ ਵੇਖ ਕੇ ਮੌਕਾ ਪਾ ਕੇ ਤੇ ਨਿੰਦਰਾ ਲੀਨ ਨੇ, ਨਿੰਦਰਾ ਵਿੱਚ ਲੀਨ ਹੋਏ ਨੇ, ਨੀਂਦ ਲੈ ਰਹੇ ਹਨ। ਅਬ ਸੁਧੋ ਭਾ ਮਨ ਨਾਤਾ, ਧਰਮ ਜਾਨ ਤੇ ਉਰ ਡਰ ਪਾਤਾ। ਹੁਣੇ ਸੋਧੋ ਪਾ ਸੋਧੋ ਸਿੱਧਾ ਹੋ ਗਿਆ ਹੈ, ਪਹਿਲਾਂ ਗੱਲ ਨਹੀਂ ਸੀ ਮੰਨ ਰਿਹਾ, ਹੁਣ ਨਾਤਾ ਰਿਸ਼ਤਾ ਮੰਨ ਜਾਏਗਾ, ਕਿਉਂਕਿ ਧਰਮ ਜਾਨ ਤੋਂ ਇਹ ਮਨ ਵਿੱਚ ਡਰ ਗਿਆ ਹੈ। ਨਿਕਟ ਗਇਓ ਨਰਲੇ ਸਮੁਦਾਇ, ਸੁਪਤ ਜਾਨ ਕਰ ਦੁਸ਼ਟ ਲਾਈ। ਆਪਣੇ ਸਾਰੇ ਸੰਗੀ ਸਾਥੀ ਨਾਲ ਲੈ ਕਰਕੇ ਦੁਸ਼ਟ ਚੰਦੂ ਗੁਰੂ ਪਾਤਸ਼ਾਹ ਦੇ ਪਾਸ ਜਾ ਪਹੁੰਚਾ, ਸਰੀਰ ਦੇ ਨੇੜੇ ਗਿਆ। ਸਾਹਿਬਾਂ ਨੂੰ ਸੁੱਤਿਆਂ ਜਾਣ ਕਰਕੇ ਇਹਨੂੰ ਨਹੀਂ ਸੀ ਪਤਾ ਕਿ ਗੁਰੂ ਸਾਹਿਬ ਭਾਣਾ ਵਰਤਾ ਗਏ ਨੇ। ਇਸ ਦੁਸ਼ਟ ਨੇ ਸਤਿਗੁਰੂ ਜੀ ਨੂੰ ਸੁੱਤਿਆਂ ਜਾਣ ਕਰਕੇ ਇਸ ਤਰ੍ਹਾਂ ਆਖਿਆ, ਕਿਮ ਤੁਮ ਕੋ ਅਬ ਨਿੰਦਰਾ ਆਈ, ਹੋਏ ਨਿਚਿੰਤ ਸੋਇਓ ਸੁਖ ਪਾਈ। ਕਿ ਹੁਣ ਤੁਹਾਨੂੰ ਕਿਵੇਂ ਨੀਂਦ ਆ ਗਈ ਹੈ, ਤੇ ਤੁਸੀਂ ਕਿਵੇਂ ਨਿਚਿੰਤ ਹੋ ਕਰਕੇ ਸੋਇਓ ਸੁਖ ਪਾਈ, ਸੁਖ ਪਾ ਕੇ ਸੁੱਤਾ ਹੈ। ਸੁਤਾ ਕੁਮਾਰੀ ਮੈਨ ਤਹਿਰੇ, ਤਜੀ ਨੀਂਦ ਦਿਨ ਬਿਤੇ ਕਨੇਰੇ। ਮੈਂ ਆਪਣੀ ਕੁਵਾਰੀ ਲੜਕੀ ਨੂੰ ਨਿਤਾਂ ਪ੍ਰਤੀ ਵੇਖਦਾ ਹਾਂ, ਮੈਂ ਨੀਂਦ ਛੱਡ ਦਿੱਤੀ ਹੈ। ਦਿਨ ਬਿਤੇ ਕਨੇਰੇ, ਕਈ ਦਿਨ ਲੰਘ ਗਏ ਹਨ ਕਿ ਮੈਂ ਵੀ ਸੁੱਤਾ ਨਹੀਂ ਹਾਂ, ਧੀ ਦਾ ਦੁੱਖ ਮੈਂ ਵੀ ਵੇਖਦਾ ਹਾਂ। ਤਬ ਵਿਦਿਏ ਬਹੁ ਰੋਏ ਸੁਨਾਇਓ, ਦੁਸ਼ਟ ਪਾਤ ਕੀ ਪਾਪ ਕਮਾਇਓ। ਤਦੋਂ ਬਾਬਾ ਬਿਧੀ ਚੰਦ ਜੀ ਨੇ ਵਿਰਾਗ ਤੇ ਰੋਹ ਵਿੱਚ ਆ ਕੇ ਬਚਨ ਸੁਣਾਏ, ਆਖਿਆ ਕਿ ਹੇ ਦੁਸ਼ਟ ਪਾਪੀ, ਤੂੰ ਬੜਾ ਪਾਪ ਕਮਾਇਆ ਹੈ। ਤੋ ਸਿਰ ਚੜੇ ਦੋਸ਼ ਵੱਡ ਦੈ ਕੈ, ਗਏ ਪਰਲੋਕ ਦੇਹ ਤਜ ਕੈ ਕੈ। ਗੁਰੂ ਪਾਤਸ਼ਾਹ ਮਹਾਰਾਜ ਤੇਰੇ ਸਿਰ ਚੜ ਕੇ, ਤੇਰੇ ਤੋਂ ਸਿਰ ਚੜੇ, ਤੇਰੇ ਸਿਰ ਚੜ ਕੇ ਤੇਰੇ ਸਿਰ ਤੇ ਵੱਡਾ ਦੋਸ਼ ਦੇ ਕਰਕੇ ਸਾਹਿਬ ਜੀ ਆਪਣਾ ਪੰਜ ਭੂਤਿਕ ਸਰੀਰ ਦੇ ਤਜ ਕੇ
ਪਰਲੋਕ ਚਲੇ ਗਏ, ਸੱਚਖੰਡ ਪਿਆਨਾ ਕਰ ਗਏ ਹਨ। ਕਰ ਕੁਰੂ ਮਾਰੇ ਹਥਿਆਰੇ, ਬਚੇ ਨਹੀਂ ਕਰ ਜਤਨ ਹਜ਼ਾਰੇ। ਹੇ ਝੂਠਿਆ, ਕਰ ਕੂਰੋਂ ਮਾਰੇ ਹਥਿਆਰੇ। ਹੁਣ ਸਤਿਗੁਰੂ ਪਾਤਸ਼ਾਹ ਤੈਨੂੰ ਝੂਠਾ ਕਰਕੇ ਹਥਿਆਰੇ ਪਾਪੀ ਨੂੰ ਮਾਰਨਗੇ। ਤੂੰ ਭਾਵੇਂ ਹੁਣ ਹਜ਼ਾਰਾਂ ਯਤਨ ਕਰ ਲਈ, ਇਹਨਾਂ ਯਤਨਾਂ ਦੇ ਨਾਲ ਤੂੰ ਗੁਰੂ ਦੀ ਮਾਰ ਤੋਂ ਬਚ ਨਹੀਂ ਸਕੇਗਾ। ਕੁਛ ਡਰਪਤ ਔਰ ਮਹਿ ਬਿਸਮਾਇਓ, ਤਤ ਛਿਨ ਹਟ ਕਰ ਧਾਮ ਸਦਾਇਓ। ਭਾਈ ਬਿਧੀ ਚੰਦ ਦੇ ਇਹੋ ਜਿਹੇ ਰੋਹ ਤੇ ਵੀਰ ਰਸ ਵਾਲੇ ਬਚਨ ਚੰਦੂ ਨੂੰ ਪੈਰਾਂ ਤੱਕ ਹਿਲਾ ਗਏ। ਕਿਉਂਕਿ ਪਾਪੀ ਬੰਦਾ ਡਰਦਾ ਹੈ, ਸੋ ਡਰੈ ਜੇ ਪਾਪ ਕਮਾਉਂਦਾ, ਉਹਦੇ ਪਾਪ ਉਹਨੂੰ ਡਰਾ ਰਹੇ ਸਨ। ਪੈਰਾਂ ਤੱਕ ਕੰਬ ਗਿਆ, ਬੜਾ ਡਰਿਆ, ਨਾਲ ਹੈਰਾਨ ਹੋਇਆ ਕਿ ਗੁਰੂ ਸਾਹਿਬ ਜੀ ਏਡੀ ਛੇਤੀ ਭਾਣਾ ਵਰਤਾ ਗਏ। ਤਤ ਛਿਨ ਹਟ ਕਰ ਧਾਮ ਸਦਾਇਓ, ਤੁਰੰਤ ਛੇਤੀ ਨਾਲ ਉੱਥੋਂ ਮੁੜਿਆ, ਆਪਣੇ ਘਰ ਨੂੰ ਚੱਲ ਪਿਆ। ਸਦਨ ਰੁਦਨ ਬੜ ਸੁਨਿਓ ਪੁਕਾਰਾ, ਚਕਿਤ ਚਿਤ ਹਵੈ ਤਬੇ ਉਚਾਰਾ। ਜਦੋਂ ਘਰ ਦੇ ਨੇੜੇ ਆਇਆ ਤੇ ਕੀ ਸੁਣਿਆ ਕਿ ਘਰ ਦੇ ਵਿੱਚ ਬੜਾ ਰੋਣ ਧੋਣ ਹੋ ਰਿਹਾ ਹੈ, ਹਾਲ ਪਾਰਿਆ ਹੋ ਰਹੀ, ਪੁਕਾਰਾਂ ਹੋ ਰਹੀਆਂ ਤੇ ਚਕਰਤ ਰਹਿ ਗਿਆ, ਹੈਰਾਨ ਰਹਿ ਗਿਆ ਚਿੱਤ ਵਿੱਚ। ਤਬੇ ਵਿਚਾਰਾ ਹੈਰਾਨ ਹੋ ਕੇ ਆਖਣ ਲੱਗਾ, ਕਿਉਂ ਹੋਇਓ ਕਿਉਂ ਕਰੋ ਬਿਰਲਾਪਾ, ਕੌਣ ਗਜਬ ਗੁਜਰਿਓ ਫਲ ਪਾਪਾ। ਇਸ ਨੇ ਆਖਿਆ ਕਿਆ ਹੋਇਓ, ਕੀ ਹੋਇਆ ਏ, ਕਿਉਂ ਕਰੋ ਬਿਰਲਾਪਾ, ਘਰ ਵਿੱਚ ਕਿਉਂ ਬਿਰਲਾਪ ਕਰਦੇ ਰੋਂਦੇ ਧੋਂਦੇ ਹੋ, ਕਿਹੜਾ ਗਜਬ ਗੁਜ਼ਰ ਗਿਆ ਫਲ ਪਾਪਾ। ਨਾਲ ਇਹ ਮਨ ਵਿੱਚ ਕਹਿੰਦਾ ਹੈ, ਨਾਲ ਹੀ ਆਖਣ ਲੱਗਾ ਕਿ ਕੋਈ ਜੋ ਵੱਡਾ ਪਾਪ ਕਮਾਇਆ, ਇਸ ਪਾਪ ਦਾ ਹੀ ਫਲ ਮਿਲਿਆ ਹੈ। ਸੇਵਕ ਆਨ ਕਹਿਓ ਤਤਕਾਲ, ਨੁਖਾ ਮ੍ਰਿਤ ਔਚਕ ਪਾਕਾਲਾ। ਸੋ ਜਦੋਂ ਇਸ ਚੰਦੂ ਦੁਸ਼ਟ ਨੇ ਪੁੱਛਿਆ ਕਿ ਕੀ ਹੋਇਆ, ਕਿਉਂ ਰੋਇਆ ਧੋਇਆ ਜਾ ਰਿਹਾ ਮੇਰੇ ਘਰ ਵਿੱਚ, ਰੋਣ ਦੀਆਂ ਆਵਾਜ਼ਾਂ ਕਿਉਂ ਆ ਰਹੀਆਂ, ਕੀ ਕਾਰਨ ਹੈ। ਸੇਵਾਦਾਰ ਨੇ ਆ ਕੇ ਤੁਰੰਤ ਤਤਕਾਲਾ ਛੇਤੀ ਨਾਲ ਆਖਿਆ ਕਿ ਨੁਖਾ ਮ੍ਰਿਤ ਔਚਕ ਪਾਕਾਲਾ, ਕਿ ਤੁਹਾਡੀ ਜਿਹੜੀ ਨੁਖਾ ਨੋ ਹੈ ਨਾ, ਉਹ ਔਚਕ ਅਚਾਨਕ ਹੀ ਮ੍ਰਿਤ ਪਾਕਾਲਾ, ਮੌਤ ਉਸ ਦੀ ਹੋ ਗਈ ਤੇ ਉਸ ਦਾ ਕਾਲ ਹੋ ਗਿਆ, ਉਹ ਮਰ ਗਈ ਹੈ। ਅਨਕ ਤਰਕ ਨਾ ਸੁਨਤ ਵਿਚਾਰੈ, ਬਿਨਾ ਰੋਗ ਕਿਮ ਮਰੀ ਉਚਾਰੈ। ਇਹ ਅਨੇਕਾਂ ਤਰ੍ਹਾਂ ਦੀਆਂ ਮਨ ਵਿੱਚ ਤਰਕਣਾ ਸੋਚਾਂ ਵਿਚਾਰਾਂ ਕਰਦਾ ਸੁਣ ਕੇ ਤੇ ਸੋਚਣ ਲੱਗਾ ਕਿ ਬਿਨਾ ਕਿਸੇ ਰੋਗ ਤੋਂ ਤਾਂ ਬਿਮਾਰੀ ਕੋਈ ਨਹੀਂ ਸੀ, ਬਿਨਾ ਰੋਗ ਕਿਮ ਮਰੀ ਉਚਾਰੇ। ਆਖਦਾ ਹੈ ਕਿ ਬਿਨਾ ਕਿਸੇ ਰੋਗ ਬਿਮਾਰੀ ਤੋਂ ਕਿਵੇਂ ਮਰ ਗਈ ਹੈ। ਦੁਖੀ ਬਿਸੂਰਤ ਮੂਰਖ ਮਾਨੇ, ਮਨੋ ਕਸ਼ਟ ਕੀ ਉਪਜ ਨਿਸ਼ਾਨੇ। ਇਹ ਦੁਖੀ ਹੋ ਕੇ ਬੜਾ ਝੂਰਦਾ ਹੈ, ਮੂਰਖ ਹੰਕਾਰੇ। ਸਮਝੋ ਕਿ ਚੰਦੂ ਦੇ ਤਾਈ ਦੁੱਖ ਆਉਣ ਦੀ ਪਹਿਲੀ ਨਿਸ਼ਾਨੀ ਪ੍ਰਗਟ ਹੋ ਗਈ ਹੈ। ਜੋ ਚੰਦੂ ਦੀ ਨਹੁੰ ਸਰੀਰ ਛੱਡ ਗਏ, ਸਮਝੋ ਇਹ ਚੰਦੂ ਦੇ ਜੀਵਨ 'ਚ ਅਗਲੇ ਦੁੱਖਾਂ ਦੀ ਨਿਸ਼ਾਨੀ ਪੈਦਾ ਹੋ ਗਈ ਹੈ ਕਿ ਹੁਣ ਚੰਦੂ ਦੇ ਜੀਵਨ ਵਿੱਚ ਸੁੱਖ ਨਹੀਂ ਰਵੇਗਾ। ਮਿਰਤਕ ਕਿਰਿਆ ਕਰਵਾਵਤ ਭਈ, ਜਾਰਨ ਨਦੀ ਤੀਰ ਲਾ ਗਏ। ਸੋ ਮਿਰਤਕ ਦੀ ਸਾਰੀ ਕਿਰਿਆ ਕਰਵਾਉਣ ਲੱਗੇ ਤੇ ਸੰਸਕਾਰ ਕਰਨ ਵਾਸਤੇ ਰਾਵੀ ਦਰਿਆ ਦੇ ਕੰਢੇ ਲੈ ਗਏ। ਉਤ ਸਤਿਗੁਰ ਕੀ ਸੁਧ ਬਿਦਤਾਈ, ਪਰਿਓ ਰੌਰ ਪੁਰ ਨਰ ਸਮੁਦਾਈ। ਦੂਜੇ ਪਾਸੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਸੱਚਖੰਡ ਗਮਨ ਦੀ ਖਬਰ ਲਾਹੌਰ ਸ਼ਹਿਰ ਵਿੱਚ ਥਾਵਾਂ ਥਾਵਾਂ ਤੇ ਫੈਲ ਗਈ। ਸਾਰਿਆਂ ਨਰਾਂ ਲੋਕਾਂ ਸਿੱਖਾਂ ਵਿੱਚ ਭਾਰੀ ਰੌਲਾ ਪੈ ਗਿਆ। ਗ੍ਰਹਿ ਚੰਦੂ ਕੇ ਗੁਰ ਤਜ ਦੇਹ, ਸੁਣ ਸੁਣ ਸਿੱਖ ਨਿਕਸੇ ਤਜ ਗ੍ਰਹਿ। ਕਿਸੇ ਨੇ ਦੱਸਿਆ ਕਿ ਚੰਦੂ ਦੇ ਘਰ ਵਿੱਚ ਗੁਰੂ ਸਾਹਿਬ ਨੇ ਸਰੀਰ ਛੱਡ ਦਿੱਤਾ ਹੈ, ਕਿਸੇ ਦੱਸਿਆ ਕਿ ਨਹੀਂ ਰਾਵੀ ਦੇ ਕਿਨਾਰੇ ਸਰੀਰ ਛੱਡਿਆ। ਸੋ ਜਿਵੇਂ ਜਿਵੇਂ ਕਿਸੇ ਨੂੰ ਥੋੜਾ ਬਹੁਤਾ ਪਤਾ ਲੱਗਾ ਸੀ, ਸਿੱਖਾਂ ਤਾਈਂ ਖਬਰ ਪਹੁੰਚੀ। ਸਿੱਖ ਆਪਣੇ ਆਪਣੇ ਘਰਾਂ ਨੂੰ ਛੱਡ ਕਰਕੇ ਬਾਹਰ ਨੂੰ ਨਿਕਲ ਤੁਰੇ। ਨਦੀ ਤੀਰ ਸ੍ਰੀ ਗੁਰ ਆਬਿਆ ਹੈ, ਧਾਈ ਧਾਈ ਮਾਨਵ ਗਨ ਲਹੈ। ਪਤਾ ਲੱਗਾ ਕਿ ਇਸ ਸਮੇਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਰਾਵੀ ਦਰਿਆ ਦੇ ਕੰਢੇ ਤੇ ਹਨ। ਉਹਨਾਂ ਦੇ ਪਾਵਨ ਸਰੀਰ
ਦੌੜ ਦੌੜ ਕਰਕੇ ਬੇਅੰਤ ਸਿੱਖ ਪ੍ਰੇਮੀ ਸ਼ਰਧਾ ਵਾਲੇ ਰਾਵੀ ਦਰਿਆ ਦੀ ਤਰਫ ਨੂੰ ਭੱਜ ਉੱਠੇ। ਤਜ ਤਜ ਕਾਜ ਬਨਕ ਵਿਵਹਾਰ ਆਵਹਿ ਲਾਰ ਪਰੇ ਨਰ ਨਾਰ। ਜਿਨੇ ਲਾਹੌਰ ਸ਼ਹਿਰ ਦੇ ਬਾਣੀਏ ਬਨਕ ਵਪਾਰੀ ਤੇ ਹੋਰ ਸਿੱਖ ਪ੍ਰੇਮੀ ਭਾਵਨਾ ਵਾਲੇ ਸਨ, ਆਪਣੇ ਕਾਰ ਵਿਹਾਰ ਛੱਡ ਕੇ ਲਾਰਾਂ ਦੀਆਂ ਲਾਰਾਂ ਭਾਈ ਸਾਹਿਬ ਕਹਿੰਦੇ ਟੋਲਿਆਂ ਦੇ ਟੋਲੇ ਪਰੇ ਨਰ ਨਾਰ ਕੀ ਮਰਦ ਤੇ ਕੀ ਇਸਤਰੀਆਂ, ਟੋਲਿਆਂ ਦੇ ਟੋਲੇ ਜਥਿਆਂ ਦੇ ਜਥੇ ਲਾਰਾਂ ਦੀਆਂ ਲਾਰਾਂ ਲੈਣਾ ਦੀਆਂ ਲੈਣਾ ਰਾਵੀ ਦਰਿਆ ਵਾਲੇ ਪਾਸੇ ਨੂੰ ਲੱਗ ਗਈਆਂ। ਬੇਅੰਤ ਲੋਕ ਪ੍ਰੇਮੀ ਭਾਵਨਾ ਵਾਲੇ ਸਾਹਿਬਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚਣ ਲੱਗੇ। ਭਾਈ ਭੀਰ ਕੁਛ ਗਿਣੀ ਨਾ ਜਾਏ, ਕਿਤਕ ਸਮਗਰੀ ਲੈ ਕਰ ਆਏ। ਜਿਆਦੀ ਭੀੜ ਹੋ ਗਈ, ਕੁਛ ਗਿਣਿਆ ਨਹੀਂ ਜਾ ਸਕਦਾ ਸੰਗਤਾਂ ਦੀ ਗਿਣਤੀ ਬਾਰੇ। ਬਹੁਤ ਸਾਰੇ ਭਾਵਨਾ ਵਾਲੇ ਪ੍ਰੇਮੀ ਬਹੁਤ ਸਾਰੀ ਸਮੱਗਰੀ ਲੈ ਕੇ ਆਏ। ਅਤਰ ਫੂਲ ਅੰਬੀਰ ਗੁਲਾਲ ਬਰਖਾਵਤ ਹੋਈ ਧਰ ਲਾਲ। ਅਤਰ ਫੁੱਲ ਅੰਬੀਰ ਤੇ ਗੁਲਾਲ ਬਰਖਾਵਤ ਗੁਰੂ ਕੇ ਸਿੱਖ ਇਹਨਾਂ ਸੁਗੰਧੀਆਂ ਵਾਲੀਆਂ ਵਸਤੂਆਂ ਦੀ ਵਰਖਾ ਕਰਨ ਲੱਗੇ ਤੇ ਧਰਤੀ ਲਾਲ ਰੰਗ ਦੀ ਹੋ ਗਈ। ਨਦੀ ਤੀਰ ਥਿਰ ਸਿੱਖ ਚੱਲ ਆਏ, ਵਿਧੀ ਚੰਦ ਆਦਿਕ ਦਰਸਾਏ। ਸੋ ਜਦੋਂ ਨਦੀ ਦੇ ਪਾਸ ਜਿੱਥੇ ਗੁਰੂ ਕੇ 5 ਸਿੱਖ ਸਾਹਿਬਾਂ ਦੇ ਸਰੀਰ ਦੇ ਪਾਸ ਸਨ, ਬਾਕੀ ਸਿੱਖ ਚੱਲ ਕੇ ਆਏ। ਭਾਈ ਵਿਧੀ ਚੰਦ ਬਾਕੀ ਸਿੱਖਾਂ ਦੇ ਦਰਸ਼ਨ ਕੀਤੇ। ਬੂਝੀ ਸਰਬ ਵਾਰਤਾ ਗੁਰ ਕੀ, ਸਭ ਸੋ ਕਹੀ ਕਹੀ ਜਿਮ ਉਰ ਕੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਾਰੀ ਵਾਰਤਾ ਜਦੋਂ ਸਿੱਖਾਂ ਕੋਲੋਂ ਪੁੱਛੀ, ਭਾਈ ਵਿਧੀ ਚੰਦ ਬਾਕੀ ਸਿੱਖਾਂ ਨੇ ਸਾਰੀ ਵਾਰਤਾ ਸਾਹਿਬਾਂ ਦੀ ਬਾਕੀ ਸਿੱਖਾਂ ਨੂੰ ਦੱਸੀ। ਸੋਨ ਸਿੱਖ ਸਦਨ ਸਦਨ ਰੁਦਨਾਏ, ਦੌਰ ਦੌਰ ਮਿਲ ਕੈ ਸਮੁਦਾਏ। ਸੁਣ ਕੇ ਸਿੱਖ ਘਰਾਂ ਘਰਾਂ ਦੇ ਵਿੱਚ ਵਿਰਾਗ ਦੇ ਵਹਿਣ ਵਿੱਚ ਵਹਿ ਤੁਰੇ। ਬਹੁਤ ਭਾਵਨਾ ਦੇ ਵੇਗ ਹਿਰਦੇ ਵਿੱਚੋਂ ਪੈਦਾ ਹੋਏ, ਨੇਤਰਾਂ ਵਿੱਚੋਂ ਜਲ ਵਹਿ ਤੁਰੇ। ਦੌੜ ਦੌੜ ਕਰਕੇ ਗੁਰੂ ਕੇ ਸਿੱਖ ਜਿਵੇਂ ਪਤਾ ਲੱਗਾ ਕਿ ਸਤਿਗੁਰੂ ਪਾਤਸ਼ਾਹ ਦਾ ਪਾਵਨ ਸਰੀਰ ਇਸ ਸਮੇਂ ਰਾਵੀ ਦਰਿਆ ਦੇ ਕੰਢੇ ਉੱਪਰ ਹੈ, ਤਾਂ ਮਿਲ ਕੇ ਸਮੁਦਾਇ ਸਾਰੇ ਸਿੱਖ ਉਸ ਪਾਸੇ ਨੂੰ ਚੱਲ ਪਏ। ਵਾਹਿਗੁਰੂ ਸਭ ਬਦਨ ਕਹੰਤੇ, ਇਕੱਠੇ ਭਏ ਅਧਿਕ ਦੁਖਵੰਤੇ। ਵਾਹਿਗੁਰੂ ਵਾਹਿਗੁਰੂ ਦਾ ਮੁਖ ਤੋਂ ਜਾਪ ਕਰਦੇ ਹੋਏ ਸਾਰੇ ਸਿੱਖ ਮੁਖ ਤੋਂ ਬਾਣੀ ਪੜ੍ਹਦੇ ਜਾਪ ਕਰਦੇ ਇਕੱਠੇ ਹੋਏ। ਬਹੁਤ ਦੁਖਵੰਤੇ ਭਾਈ ਸਾਹਿਬ ਕਹਿੰਦੇ ਅਧਿਕ ਦੁਖਵੰਤੇ, ਸਾਰਿਆਂ ਦੇ ਹਿਰਦੇ ਦੁੱਖ ਦੇ ਨਾਲ ਵਿਛੋੜੇ ਦਾ ਦੁੱਖ ਜਿਹੜਾ ਸਹਿ ਹੈ ਉਸ ਦੁੱਖ ਦੇ ਨਾਲ ਭਰੇ ਹੋਏ ਹਨ। ਤਤਸ਼ਨ ਸੁੰਦਰ ਰਚਿਓ ਬਿਮਾਨਾ, ਸਿੱਖਨ ਖਰਚਿਓ ਦਰਬ ਮਹਾਨਾ। ਉਸੇ ਸਮੇਂ ਸਿੱਖਾਂ ਨੇ ਬਹੁਤ ਸਾਰਾ ਭਾਰੀ ਖਰਚਾ ਕਰਕੇ ਪੈਸੇ ਲਾ ਕੇ ਸੁੰਦਰ ਵਿਮਾਨ ਸਜਾਇਆ। ਸਤਿਗੁਰ ਸੇਵ ਜੇ ਹੋਏ ਇਸ ਸਮੈ, ਵੱਡੇ ਭਾਗ ਤੇ ਪ੍ਰਾਪਤ ਹਮੈ। ਜੇਕਰ ਇਸ ਸਮੇਂ ਸਤਿਗੁਰੂ ਪਾਤਸ਼ਾਹ ਦੀ ਸਾਡੇ ਕੋਲੋਂ ਸੇਵਾ ਹੋ ਸਕੇ, ਅਸੀਂ ਸਮਝਦੇ ਹਾਂ ਸਾਡੇ ਵੱਡੇ ਭਾਗ ਹੈ, ਤੇ ਸਾਡੇ ਵੱਡੇ ਭਾਗਾਂ ਕਰਕੇ ਸਾਨੂੰ ਇਹ ਸੇਵਾ ਪ੍ਰਾਪਤ ਹੋਈ ਹੈ। ਫਲ ਅਟੁੱਟ ਹਵੈ ਕੌਣ ਸੋ ਜਾਣੈ, ਮਿਲੇ ਪਰਸ ਪਰ ਏਵ ਬਖਾਨੈ। ਇਸ ਸੇਵਾ ਦਾ ਫਲ ਜਿਹੜਾ ਅਟੁੱਟ ਹੈ ਕੌਣ ਜਾਣ ਸਕਦਾ ਹੈ। ਇਸ ਤਰ੍ਹਾਂ ਆਪਸ ਵਿੱਚ ਮਿਲ ਕੇ ਸਿੱਖ ਇੱਕ ਦੂਜੇ ਨੂੰ ਆਖਦੇ ਹਨ। ਜ਼ਰੀ ਬਾਦਲਾ ਰੇਸ਼ਮ ਚੀਰ, ਪਰੇ ਦੁਸ਼ਾਲੇ ਮੋਲ ਗਹੀਰ। ਜਰੀ ਬਾਦਲਾ ਤੇ ਰੇਸ਼ਮ ਇਹ ਬੜੇ ਮਹਿੰਗੇ ਵਸਤਰਾਂ ਦੇ ਨਾਮ ਨੇ। ਜਰੀ ਸੋਨੇ ਦੀਆਂ ਤਾਰਾਂ ਜਿਸ ਰੇਸ਼ਮ ਦੇ ਬਸਤਰ ਦੇ ਵਿੱਚ ਕੱਢੀਆਂ ਹੋਣ ਨੂੰ ਜਰੀ ਬਾਦਲਾ ਕਹਿੰਦੇ ਸਨ। ਰੇਸ਼ਮ ਦੇ ਚੀਰ ਬਸਤਰ, ਪਰੇ ਦੁਸ਼ਾਲੇ ਮੋਲ ਗਹੀਰ, ਬਹੁ ਮੁੱਲੇ ਲਿਆ ਕੇ ਗੁਰੂ ਕੇ ਸਿੱਖ ਸਾਹਿਬਾਂ ਦੇ ਪਾਵਨ ਸਰੀਰ ਉੱਪਰ ਦੁਸ਼ਾਲੇ ਪਾ ਰਹੇ ਨੇ। ਬੜੇ ਮਹਿੰਗੇ ਵਸਤਰ ਲਿਆ ਕੇ ਸਾਹਿਬਾਂ ਦੇ ਸਰੀਰ ਉੱਪਰ ਸੋਹਣੇ ਦੁਸ਼ਾਲੇ ਅਰਪਣ ਕਰਦੇ ਹਨ। ਸੇਤ ਬਸਤਰ ਮਸਰੂ ਬਿਦ ਘਨੇ, ਉਪਰ ਪਾਏ ਸ਼ੋਕ ਮਨ ਮਨੇ। ਸੋ ਜਿਹੜੇ ਸੇਤ ਬਸਤਰ ਚਿੱਟੇ ਰੰਗ ਦੇ ਬਸਤਰ ਮਸਰੂ ਬਿਦ ਘਣੇ, ਮਸਰੂ ਦੇ ਬਣੇ ਹੋਏ। ਮਸਰੂ ਤੋਂ ਭਾਵ ਹੈ ਰੇਸ਼ਮ ਤੇ ਸੂਤਰ ਲਾ ਕੇ ਬਣਾਇਆ ਹੋਇਆ ਧਾਰੀਦਾਰ ਬਸਤਰ, ਉਹਨੂੰ ਅਰਬੀ ਦੇ ਵਿੱਚ ਮਸ਼ਰੂ ਆਖਦੇ ਹਨ। ਰੇਸ਼ਮੀ ਤੇ ਸੂਤੀ ਮਿਲਿਆ ਹੋਇਆ ਕੱਪੜਾ
ਬਹੁਤ ਸਾਰੇ ਇਹੋ ਜਿਹੇ ਮਹਿੰਗੇ ਮੁੱਲ ਦੇ ਬਸਤਰ ਲਿਆ ਕੇ ਸਾਹਿਬਾਂ ਨੇ ਭਰੇ ਹੋਏ ਮਨ ਦੇ ਨਾਲ, ਜਿਨ੍ਹਾਂ ਸਿੱਖਾਂ ਦੇ ਮਨ ਵਿੱਚ ਸ਼ੋਕ ਮਨ ਸਣੇ, ਮਨ ਦੇ ਵਿੱਚ ਬੜਾ ਭਾਰੀ ਸ਼ੋਕ ਹੈ, ਸ਼ੋਕ ਨਾਲ ਭਰੇ ਹੋਏ ਮਨ ਦੇ ਸਮੇਤ ਲਿਆ ਕੇ ਸੋਹਣੇ ਬਹੁਤੇ ਮਹਿੰਗੇ ਮੁੱਲ ਦੇ ਬਸਤਰ ਸਾਹਿਬਾਂ ਦੇ ਪਾਵਨ ਸਰੀਰ ਉੱਪਰ ਪਾਏ। ਸ਼ੰਖ ਬ੍ਰਿੰਦ ਭਰ ਫੂਕ ਬਜਾਏ, ਸ੍ਰੀ ਗੁਰ ਕੀ ਜੈ ਊਚ ਸੁਨਾਈ। ਬਹੁਤੇ ਸਿੱਖ ਸੰਖ ਜਿਹੜੇ ਸਨ ਫੂਕ ਭਰ ਕੇ ਵਜਾਏ, ਸਤਿਗੁਰੂ ਪਾਤਸ਼ਾਹ ਦੀ ਜੈ ਹੋਵੇ, ਜੈ ਹੋਵੇ, ਐਸੀ ਉੱਚੀ ਆਵਾਜ਼ ਵਿੱਚ ਸਾਹਿਬਾਂ ਦੀ ਵਡਿਆਈ ਕਰਨ ਲੱਗੇ। ਚਾਮਰ ਚਾਰ ਚਾਰ ਦਿਸ ਫਿਰੇ, ਫੂਲ ਮਾਲ ਲਰਕਾਈ ਕਨੇਰੇ। ਸੋ ਸੋਹਣਾ ਚੌਰ ਸੀਸ ਦੇ ਉੱਪਰ ਚਾਰ ਚੁਫੇਰੇ ਢੁਲਦਾ ਹੈ, ਸੋਹਣੀਆਂ ਫੁੱਲਾਂ ਦੀਆਂ ਮਾਲਾਂ ਸਾਹਿਬਾਂ ਦੇ ਪਾਵਨ ਸਰੀਰ ਉੱਪਰ ਅਰਪਣ ਕਰਦੇ ਹੋਏ ਨਾਲ ਬਿਬਾਨ ਦੇ ਉੱਪਰ ਵੀ ਮਾਲਾਂ ਲਟਕਾ ਰਹੇ ਹਨ। ਚੰਦਨ ਚਰਚੈ ਧੂਪ ਤੁਖਾਵੈ, ਕਰ ਜੋਰੈ ਔਰ ਪ੍ਰੇਮ ਵਧਾਵੈ। ਭਾਵਨਾ ਵਾਲੇ ਗੁਰੂ ਕੇ ਸਿੱਖ ਚੰਦਨ ਦਾ ਚਰਚਾ ਛੜਕਾ ਕਰਦੇ, ਧੂਪ ਦਿਖਾਉਂਦੇ, ਹੱਥ ਜੋੜ ਕੇ ਹਿਰਦੇ ਦਾ ਬੜਾ ਭਾਰੀ ਪ੍ਰੇਮ ਵਧਾਉਂਦੇ ਹੋਏ ਆਪਣੀ ਸ਼ਰਧਾ ਤੇ ਭਾਵਨਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਅਰਪਣ ਕਰ ਰਹੇ ਹਨ। ਸਨੈ ਸਨੈ ਚੰਦੂ ਖਲ ਨਿੰਦੈ, ਗੁਰ ਹਤਿਆਰਾ ਦੁਖੀ ਬਿੰਦੈ। ਸਹਿਜੇ ਸਹਿਜੇ ਨਾ ਦੁਸ਼ਟ ਚੰਦੂ ਨਿੰਦਕ ਦੀ ਨਿੰਦਾ ਵੀ ਕਰਦੇ ਨੇ। ਜਿਹੜਾ ਖਲ ਮੂਰਖ ਚੰਦੂ ਹੈ ਉਹਨੂੰ ਨਿੰਦਦੇ ਨੇ ਕਿ ਗੁਰੂ ਪਾਤਸ਼ਾਹ ਦਾ ਹਥਿਆਰਾ ਹੈ, ਗੁਰੂ ਕਾ ਦੁਖੀ ਹੈ। ਬਿੰਦੇ ਦਾ ਅਰਥ ਹੈ ਜਾਣਦੇ ਸਮਝਦੇ ਨੇ ਕਿ ਦੁਸ਼ਟ ਚੰਦੂ ਗੁਰੂ ਪਾਤਸ਼ਾਹ ਦਾ ਦੋਖੀ ਹੈ, ਹਥਿਆਰਾ ਹੈ। ਇਸ ਤਰ੍ਹਾਂ ਸਾਰੇ ਆਖਦੇ ਨੇ। ਦਰਬ ਗੁਰੂ ਪਰ ਅਗਰ ਬਗਾਵੈ, ਲੋਕ ਹਜ਼ਾरों ਬੀਨਤ ਜਾਵੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਦਾ ਬਿਬਾਨ ਤਿਆਰ ਕੀਤਾ। ਭਾਈ ਸਾਹਿਬ ਕਹਿੰਦੇ ਹਜ਼ਾਰਾਂ ਰੁਪਈਏ ਸਾਹਿਬਾਂ ਦੇ ਪਾਵਨ ਬਿਬਾਨ ਤੋਂ ਵਾਰਦੇ ਹੋਏ ਗੁਰੂ ਕੇ ਸਿੱਖ ਸਾਹਿਬਾਂ ਤੋਂ ਸਦਕੇ ਜਾਂਦੇ ਨੇ। ਉਹ ਪੈਸੇ ਚੁਣਨ ਵਾਲੇ ਵੀ ਬਹੁਤ ਸਾਰੇ ਲੋਕ ਪੈਸੇ ਚੁਣਦੇ ਹਨ। ਕੇਤਿਕ ਜਪਜੀ ਪਾਠ ਪਠੰਥੇ, ਕੇਤਿਕ ਗੁਰੂ ਗੁਰੂ ਸਿਮਰੰਤੇ। ਕਈ ਗੁਰਸਿੱਖ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਪੜ੍ਹਦੇ ਨੇ, ਕਈ ਗੁਰੂ ਗੁਰੂ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਿਮਰਨ ਕਰਦੇ ਹਨ। ਕੇਤਿਕ ਸਵਾਸ ਲੈ ਸ਼ੋਕ ਵਧਾਵੈ, ਕੇਤਿਕ ਸਰਾਹੈ ਸ਼ੀਲ ਸੁਹਾਵੈ। ਕਈ ਡੂੰਘੇ ਸਾਹ ਲੈ ਕੇ ਹੌਕੇ ਭਰ ਕੇ ਬੜਾ ਸ਼ੋਕ ਵਧਾ ਰਹੇ ਨੇ, ਤੇ ਕਈ ਸਾਹਿਬਾਂ ਦੀ ਬੜੀ ਸਲਾਹੁਤਾ ਕਰਦੇ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਸੀਲ ਸੁਹਾਵੈ, ਸ਼ਾਂਤ ਸਰੂਪ ਸਹਿਨਸ਼ੀਲਤਾ ਦੇ ਪੁੰਜ ਹਨ। ਕੇਤਿਕ ਨਿਕਾਰਤ ਖਲ ਕੋ ਗਾਰੀ, ਤੁਰਕ ਰਾਜ ਕੀ ਜਰਾ ਉਖਾਰੀ। ਕਈ ਸਿੱਖ ਦੁਸ਼ਟ ਚੰਦੂ ਨੂੰ ਗਾਲਾਂ ਵੀ ਕੱਢਦੇ ਨੇ ਕਿ ਦੁਸ਼ਟ ਚੰਦੂ ਨੇ ਔਰ ਤੁਰਕਾਂ ਨੇ ਆਪਣੇ ਰਾਜ ਭਾਗ ਦੀਆਂ ਜੜ੍ਹਾਂ ਪੁੱਟ ਲਈਆਂ ਹਨ। ਲੈ ਰਾਵੀ ਕੇ ਗਏ ਪ੍ਰਵਾਹੂ, ਜਹ ਜਲ ਚਲਤ ਕਲਤ ਬਲ ਮਾਹੂ। ਇੱਕ ਪਾਸੇ ਸਾਹਿਬਾਂ ਦਾ ਸਰੀਰ ਬਿਬਾਨ ਵਿੱਚ ਸਜਾ ਕੇ ਸਾਰੀ ਤਿਆਰੀ ਕੀਤੀ ਹੈ। ਰਾਵੀ ਦਰਿਆ ਤੇ ਕੰਢੇ ਤੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਸਰੀਰ ਨੂੰ ਸੰਭਾਲਣ ਵਾਸਤੇ ਬਿਬਾਨ ਨੂੰ ਉਠਾ ਕਰਕੇ ਕੰਢੇ ਦੇ ਨੇੜੇ ਪਾਸ ਪਹੁੰਚੇ। ਵਿਦਿਆ ਜਿਠਾ ਲੰਗ ਪਿਰਾਣਾ, ਇਨਸਾਨ ਜਿਸ ਵਿਦ ਅੰਤ ਵਖਾਣਾ। ਸੋ ਇਸ ਤਰ੍ਹਾਂ ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾ ਤੇ ਭਾਈ ਪ੍ਰਾਣਾ, ਇਹਨਾਂ ਚਾਰ ਗੁਰਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਬਿਬਾਨ ਨੂੰ ਮੋਢਾ ਦਿੱਤਾ ਹੈ। ਸੋ ਭਾਗਾਂ ਵਾਲੇ ਨੇ ਗੁਰਸਿੱਖ ਜਿਨ੍ਹਾਂ ਨੇ ਸਾਹਿਬਾਂ ਦੇ ਅੰਤਮ ਦਰਸ਼ਨ ਕੀਤੇ, ਅੰਤਲੇ ਸਮੇਂ ਸੇਵਾ 'ਚ ਹਾਜ਼ਰ ਹੋਏ। ਇਹਨਾਂ ਸਿੱਖਾਂ ਦੇ ਸਮੇਤ ਹਜ਼ਾਰਾਂ ਲਾਹੌਰ ਨਿਵਾਸੀ ਗੁਰੂ ਕੀਆਂ ਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੰਤਮ ਸਮੇਂ, ਅੰਤਮ ਸੰਸਕਾਰ ਦੇ ਸਮੇਂ ਇਕੱਤਰ ਹੋਏ ਹਨ। ਬੜੀ ਸ਼ਰਧਾ ਤੇ ਭਾਵਨਾ ਦੇ ਵਹਿਰ ਵਿੱਚ ਵਹਿ ਰਹੇ ਹਨ। ਤਿਸ ਬਿਦ ਕਰਤ ਬੀਗ ਮੈਂ ਗਈ, ਕੰਧ ਬਿਮਾਨ ਉਤਾਰਤ ਭਈ। ਸੋ ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਸੋਨਾ ਬਿਬਾਨ ਉਠਾ ਕੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਡੇਰਾ ਸਾਹਿਬ ਹੈ, ਉਸ ਡੇਰਾ ਸਾਹਿਬ ਗੁਰਦੁਆਰੇ ਦੇ ਪਾਵਨ ਸਥਾਨ ਤੇ ਸਾਰੀ ਤਿਆਰੀ ਕੀਤੀ ਹੈ। ਸਤਿਗੁਰੂ ਪਾਤਸ਼ਾਹ ਦਾ ਪਾਵਨ ਸੁੰਦਰ ਬਿਬਾਨ ਜਿਹੜਾ ਸਜਾਇਆ ਹੈ, ਉਸ ਪਾਵਨ ਬਿਬਾਨ ਨੂੰ
ਉਸ ਅਸਥਾਨ ਤੇ ਜਾ ਕਰਕੇ ਟਿਕਾ ਦਿੱਤਾ ਹੈ। ਬੜੇ ਹੀ ਪਿਆਰ ਦੇ ਵਹਿਣ ਵਿੱਚ ਵਹਿੰਦੇ ਹੋਏ ਗੁਰੂ ਕੇ ਸਿੱਖ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਕਰਦੇ ਹਨ। ਨਰ ਨਾਰਨ ਕੀ ਭੀਰ ਉਦਾਰ, ਹਟ ਆਏ ਪੁਨ ਨਗਰ ਮਝਾਰ। ਇਸ ਤਰ੍ਹਾਂ ਬੜਾ ਭਾਰੀ ਇਕੱਠ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੰਤਮ ਸੰਸਕਾਰ ਦੇ ਸਮੇਂ ਹੋਇਆ। ਮਹਿਮਾ ਪ੍ਰਕਾਸ਼ ਦਾ ਕਰਤਾ ਭਾਈ ਸਰੂਪ ਦਾਸ ਭੱਲਾ ਲਿਖਦਾ ਹੈ, ਮਿਲ ਸੰਗਤ ਬੇਬਾਨ ਬਣਾਇਆ, ਅਖੰਡ ਭਜਨ ਸਤਿਗੁਰ ਗੁਣ ਗਾਇਆ। ਇਸ਼ਨਾਨ ਕਰਾਏ ਨਿਰਮਲ ਤਨ ਦਿਆਲ, ਪਹਿਰਾਏ ਵਸਤਰ ਪਾਵਨ ਤਿਹ ਕਾਲ। ਸਤਿਗੁਰੂ ਪਾਤਸ਼ਾਹ ਦੇ ਪਾਵਨ ਸਰੀਰ ਦਾ ਅੰਤਮ ਇਸ਼ਨਾਨ ਕਰਵਾ ਕੇ ਗੁਰੂ ਕੇ ਸਿੱਖਾਂ ਵੱਲੋਂ ਸੋਹਣੇ ਵਸਤਰ ਸਾਹਿਬਾਂ ਦੇ ਸਰੀਰ ਤੇ ਪਹਿਨਾ ਦਿੱਤੇ ਗਏ। ਉਸ ਸਮੇਂ ਸੁੰਦਰ ਵਸਤਰ ਸਜਾ ਕੇ ਸੋਹਣਾ ਬਿਬਾਨ ਤਿਆਰ ਕੀਤਾ। ਐ ਰਾਵਤੀ ਨਦੀ ਪਰ ਲਿਆਏ, ਚੰਦਨ ਚਿਤਾ ਪਰਿਆਨ ਰਖਾਏ। ਐਰਾਵਤੀ ਨਦੀ ਕਹਿੰਦੇ ਰਾਵੀ ਦਰਿਆ, ਰਾਵੀ ਦਰਿਆ ਦੇ ਕੰਢੇ ਤੇ ਉਸ ਥਾਂ ਤੇ ਲੈ ਕੇ ਆਏ। ਚੰਦਨ ਦੀ ਚਿਖਾ ਵੱਡੀ ਸਾਰੀ ਤਿਆਰ ਕੀਤੀ ਗਈ। ਪਾਵਨ ਦੇਹ ਕਰਾ ਸੰਸਕਾਰ, ਤੀਨ ਲੋਕ ਭਇਆ ਜੈ ਜੈਕਾਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਅੰਤਮ ਸੰਸਕਾਰ ਗੁਰਦੁਆਰਾ ਦੇਹਰਾ ਸਾਹਿਬ ਵਾਲੇ ਪਾਵਨ ਸਥਾਨ ਤੇ ਕੀਤਾ। ਤਿੰਨਾਂ ਲੋਕਾਂ ਦੇ ਵਿੱਚ ਜੈ ਜੈਕਾਰ ਦੀ ਧੁਨੀ ਗੂੰਜ ਉੱਠੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਤੁਹਾਡੀ ਮਹਿਮਾ ਵਡਿਆਈ, ਤੁਹਾਡੀ ਕੁਰਬਾਨੀ, ਤੁਹਾਡੇ ਪਰਉਪਕਾਰ ਮਹਾਰਾਜ ਬੇਅੰਤ ਨੇ, ਕਹਿ ਨਹੀਂ ਜਾ ਸਕਦੇ। ਤੁਹਾਨੂੰ ਹੀ ਬਾਣਾ ਆਉਂਦੇ ਹਨ। ਐਸੀ ਮਹਿਮਾ ਇੱਕ ਲੋਕ ਵਿੱਚ ਨਹੀਂ, ਸਗੋਂ ਤਿੰਨਾਂ ਲੋਕਾਂ ਦੇ ਵਿੱਚ ਫੈਲ ਗਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਗੁਰਦੁਆਰਾ ਦੇਹਰਾ ਸਾਹਿਬ ਵਾਲੇ ਸਥਾਨ ਤੇ ਕੀਤਾ। ਕਈ ਇਤਿਹਾਸਕਾਰਾਂ ਨੇ ਤਿੰਨ ਵਿਚਾਰਧਾਰਾਂ ਦਿੱਤੀਆਂ ਨੇ। ਤਿੰਨ ਵਿਚਾਰਧਾਰਾਂ ਕਿਹੜੀਆਂ ਨੇ? ਇੱਕ ਇਤਿਹਾਸ ਦੀ ਵਿਚਾਰਧਾਰਾ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਸਪੁਰਦ ਕਰ ਦਿੱਤਾ ਗਿਆ ਸੀ। ਦੂਸਰੀ ਵਿਚਾਰਧਾਰਾ ਇਹ ਹੈ ਕਿ ਨਹੀਂ, ਸਗੋਂ ਜਹਾਂਗੀਰ ਦੇ ਹੁਕਮ ਦੇ ਨਾਲ ਰਾਵੀ ਦੇ ਠੰਡੇ ਪਾਣੀ ਵਿੱਚ ਸਤਿਗੁਰੂ ਪਾਤਸ਼ਾਹ ਨੂੰ ਜਾਣ ਬੁੱਝ ਕਰਕੇ ਅਜੇ ਸਰੀਰਕ ਤੌਰ ਤੇ ਜਿਉਂਦੇ ਸਨ ਡੁਬਾਇਆ ਗਿਆ ਸੀ ਕਿ ਹੋਰ ਤਸੀਹੇ ਦਿੱਤੇ ਜਾਣ। ਇਹ ਵੀ ਇੱਕ ਵਿਚਾਰਧਾਰਾ ਇਤਿਹਾਸ ਦੀ ਹੈ। ਤੀਸਰੀ ਵਿਚਾਰਧਾਰਾ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੀ ਇੱਛਾ ਅਨੁਸਾਰ ਪਾਵਨ ਸਰੀਰ ਤਿਆਗ ਕੀਤਾ ਔਰ ਲਾਹੌਰ ਨਿਵਾਸੀ ਗੁਰੂ ਕੇ ਸਿੱਖਾਂ, ਪੰਜ ਗੁਰੂ ਕੇ ਸਿੱਖਾਂ ਦੀ ਅਗਵਾਈ ਦੇ ਵਿੱਚ ਸਤਿਗੁਰੂ ਪਾਤਸ਼ਾਹ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਕੀਤਾ। ਇਸ ਗੱਲ ਵਿੱਚ ਬਹੁਤ ਜ਼ਿਆਦਾ ਵਜਨ ਹੈ, ਕਿਉਂਕਿ ਜਿਸ ਸਥਾਨ 'ਤੇ ਅੱਜ ਕੱਲ੍ਹ ਗੁਰਦੁਆਰਾ ਡੇਰਾ ਸਾਹਿਬ ਸੁਭਾਏਮਾਨ ਹੈ, ਉਹ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪ ਕਾਇਮ ਕਰਵਾਇਆ, ਆਪ ਸਾਹਿਬਾਂ ਦੀ ਯਾਦਗਾਰ ਬਣਵਾਈ ਹੈ। ਉਹ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪ ਨਿਸ਼ਾਨਦੇਹੀ ਕਰਕੇ ਸਾਹਿਬਾਂ ਦੇ ਸ਼ਹੀਦੀ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਲਾਹੌਰ ਪਹੁੰਚੇ ਤਾਂ ਉਸ ਜਗ੍ਹਾ ਦੀ ਸਾਹਿਬਾਂ ਨੇ ਨਿਸ਼ਾਨਦੇਹੀ ਕੀਤੀ। ਉਸ ਥਾਂ 'ਤੇ ਆਪਣੇ ਪਿਤਾ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਯਾਦਗਾਰ ਕਾਇਮ ਕੀਤੀ, ਜੋ ਅੱਜ ਵੀ ਗੁਰਦੁਆਰਾ ਡੇਰਾ ਸਾਹਿਬ ਬੜਾ ਪ੍ਰਸਿੱਧ ਹੈ ਰਾਵੀ ਦਰਿਆ ਦੇ ਪਾਸ। ਸੋ ਇਹ ਗੱਲ ਇਹ ਗਵਾਹੀ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਜੋ ਯਾਦਗਾਰ ਬਣਵਾਈ ਹੈ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਅੰਗੀਠਾ ਹੈ। ਸੋ ਜਿੱਥੇ ਸਾਹਿਬਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ। ਸੋ ਇਹ ਤਿੰਨ ਵਿਚਾਰਧਾਰਾ ਨੇ ਇਤਿਹਾਸ ਦੀਆਂ। ਸੋ ਰਹੋ ਵਿਚਾਰ ਸਿੱਖ ਧਰਮ ਦੀ ਅੱਜ ਵੀ ਮਰਿਆਦਾ ਇਹੀ ਹੈ ਕਿ ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਕਿਉਂ ਨਾ ਹੋਵੇ, ਉਸ ਦੇ ਸਰੀਰ ਦਾ ਵੀ ਅੰਤਮ ਸੰਸਕਾਰ ਕੀਤਾ ਜਾਵੇ। ਸਿੱਖ ਰਹਿਤ ਮਰਿਆਦਾ ਵਿੱਚ ਬਕਾਇਦਾ ਇਹ ਗੱਲ ਲਿਖੀ ਹੈ ਵਿਦਵਾਨ ਸੱਜਣਾ ਮਹਾਤਮਾ ਜਨਾਂ ਨੇ ਕਿ ਛੋਟੀ ਤੋਂ ਛੋਟੀ ਉਮਰ ਦਾ ਵੀ ਭਾਵੇਂ ਕੋਈ ਪ੍ਰਾਣੀ ਸਿੱਖ ਧਰਮ ਅੰਦਰ ਚੜ੍ਹਾਈ ਕਰ ਜਾਵੇ, ਉਸ ਦੇ ਵੀ ਸਰੀਰ ਨੂੰ ਨਾ ਦਫਨਾਉਣਾ ਤੇ ਨਾ ਰੋੜਨਾ ਹੈ, ਸਗੋਂ ਅੰਤਮ ਸੰਸਕਾਰ ਕਰਨਾ ਹੈ। ਸੋ ਬਾਕੀ ਗੁਰੂ ਸਾਹਿਬਾਂ ਦੇ ਵੀ ਪਾਵਨ ਅੰਤਮ ਸੰਸਕਾਰ ਗੁਰੂ ਕੇ ਸਿੱਖਾਂ ਵੱਲੋਂ ਅਗਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਕੀਤੇ ਜਾਂਦੇ ਰਹੇ। ਸੋ
ਇਸ ਗੱਲ ਦੀ ਪਰੰਪਰਾ ਮਰਿਆਦਾ ਅੱਜ ਵੀ ਗੁਰੂ ਘਰ ਵਿੱਚ ਚੱਲਦੀ ਹੈ। ਸੋ ਲਾਹੌਰ ਨਿਵਾਸੀ ਸਿੱਖ ਸੰਗਤਾਂ ਨੇ ਸਾਹਿਬਾਂ ਦੇ ਪਾਵਨ ਸਰੀਰ ਦਾ ਅੰਤਿਮ ਸੰਸਕਾਰ ਕੀਤਾ। ਹੜ ਕਰਕੇ ਵਾਪਸ ਮੁੜ ਕਰਕੇ ਨਗਰ ਵਿੱਚ ਪਹੁੰਚੇ ਹਨ। ਧਰਮਸ਼ਾਲਾ ਥਿਤ ਭੇ ਸਮੁਦਾਈ ਰੁਦਤ ਬਿਲੋਚਨ ਅਸਤਰ ਬਹਾਈ। ਧਰਮਸ਼ਾਲਾ ਵਿੱਚ ਸਾਰੇ ਸਿੱਖ ਜੁੜੇ। ਰੁਦਤ ਬਿਲੋਚਨ ਵਿਰਾਗ ਕਰਦੇ ਹੋਏ ਨੇਤਰਾਂ ਦੇ ਵਿੱਚੋਂ ਅਸ਼ਰ ਬਹਾਈ ਹੰਝੂ ਵਹਾ ਰਹੇ ਹਨ। ਦਿਲ ਜਿਹੜਾ ਕੀਰਨੇ ਪਾਉਂਦਾ ਹੈ। ਗੁਰੂ ਅਰਜਨ ਦੇ ਪਾਤਸ਼ਾਹ ਵਰਗਾ ਸ਼ਾਂਤ ਚਿੱਤ ਮਹਾਨ ਮਹਾਂਪੁਰਖ ਪਰਉਪਕਾਰੀ ਉਹਨਾਂ ਨੂੰ ਇਸ ਤਰ੍ਹਾਂ ਤਸੀਹੇ ਦੇਣੇ ਔਰ ਇਸ ਤਰ੍ਹਾਂ ਜ਼ਾਲਮਾਨਾ ਤਰੀਕੇ ਨਾਲ ਸ਼ਹੀਦ ਕਰਨਾ ਸਿੱਖਾਂ ਦੇ ਦਿਲ ਨੂੰ ਵਰੁੰਦਰ ਗਿਆ, ਜ਼ਖਮੀ ਕਰ ਗਿਆ। ਬਹੁਤ ਦਰਦਨਾਕ ਹਾਲਤ ਹੈ ਉਸ ਸਮੇਂ ਗੁਰੂ ਕੇ ਸਿੱਖਾਂ ਦੀ। ਸੋ ਜਿਸ ਕਰਕੇ ਭਾਈ ਸਾਹਿਬ ਕਹਿੰਦੇ ਆਪ ਮੁਹਾਰੇ ਨੇਤਰਾਂ ਵਿੱਚੋਂ ਸਤਿਗੁਰੂ ਜੀ ਦੀ ਯਾਦ ਦੇ ਅੰਦਰ ਗੁਰੂ ਕੇ ਸਿੱਖਾਂ ਦੇ ਹਿਰਦੇ ਭਰ ਰਹੇ ਨੇ। ਹਿਰਦੇ ਦੇ ਦਿਲਾਂ ਦੇ ਵਲਵਲੇ, ਦਿਲਾਂ ਦੇ ਉਛਾਲੇ ਨੇਤਰਾਂ ਦੇ ਹੰਝੂਆਂ ਦੇ ਰਾਹੀਂ ਬਾਹਰ ਨਿਕਲ ਰਹੇ ਹਨ। ਸਾਥਰ ਬਾਬੇ ਲਿਏ ਦੋ ਤਾਰਾ ਕੀਰਤਨ ਸਭ ਕੀ ਅਗਰੇ ਉਚਾਰਾ। ਗੁਰੂ ਕਾ ਕੀਰਤਨੀਆਂ ਸਿੱਖ ਜਿਨ੍ਹਾਂ ਨੇ ਸਾਹਿਬਾਂ ਦੇ ਅੰਤਮ ਸਮੇਂ ਕੀਰਤਨ ਕੀਤਾ ਸੀ, ਉਹ ਗੁਰੂ ਕਾ ਸਿੱਖ ਦੁਤਾਰਾ ਲੈ ਕਰਕੇ ਅੱਗੇ ਅੱਗੇ ਗੁਰੂ ਕੇ ਸਾਰੇ ਸਿੱਖਾਂ ਦੇ ਕੀਰਤਨ ਕਰਨ ਲੱਗਾ ਹੈ। ਜਿਸ ਨੇ ਭਗਵਾਨ ਦੀ ਤਿਆਰੀ ਸਮੇਂ ਗੁਰੂ ਪਾਤਸ਼ਾਹ ਦੀ ਆਗਿਆ ਅਨੁਸਾਰ ਇਹ ਸਾਰੀ ਅੰਤਮ ਮਰਿਆਦਾ ਨਿਭਾਈ ਸੀ, ਉਸ ਗੁਰੂ ਕੇ ਸਿੱਖ ਨੇ ਹੁਣ ਵੀ ਗੁਰੂ ਕੇ ਸਿੱਖਾਂ ਨੂੰ ਢਾਰਸ ਤੇ ਹੌਸਲਾ ਦੇਣ ਵਾਸਤੇ ਬਾਣੀ ਦਾ ਕੀਰਤਨ ਕੀਤਾ। ਦਰਬਾਦਿਕ ਵਸਤੂ ਗਨ ਸੰਗਤ ਦਿਓ ਬਹੁਤ ਪੁਨ ਰਹਿਓ ਨਾ ਮੰਗਤ। ਭਾਈ ਸਾਹਿਬ ਕਹਿੰਦੇ ਗੁਰੂ ਕੇ ਸਿੱਖਾਂ ਨੇ ਸਾਹਿਬਾਂ ਦੀ ਯਾਦ ਵਿੱਚ ਬਹੁਤ ਸਾਰੀਆਂ ਵਸਤੂਆਂ ਧਨ ਪਦਾਰਥ ਦਾਨ ਕੀਤੇ। ਲਾਹੌਰ ਸ਼ਹਿਰ ਦਾ ਕੋਈ ਮੰਗਤਾ ਉਸ ਦਿਨ ਖਾਲੀ ਨਾ ਰਿਹਾ। ਗੁਰੂ ਕੇ ਸਿੱਖਾਂ ਨੇ ਆਪਣੇ ਪਿਆਰੇ ਸਤਿਗੁਰੂ ਦੀ ਯਾਦ 'ਚ ਦਿਲ ਖੁੱਲ੍ਹ ਕੇ ਦਾਨ ਦਿੱਤੇ, ਆਪਣੇ ਸਤਿਗੁਰੂ ਤੋਂ ਕੁਰਬਾਨ ਹੋਏ। ਸੋ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਿਆਂ ਨੂੰ ਠੰਡਾ ਪਾਣੀ ਪਿਆਉਣ ਤੋਂ ਤਕਲੀਫ ਹੁੰਦੀ ਜੀ, ਛਬੀਲ ਨਹੀਂ ਲਾਉਣੀ ਚਾਹੀਦੀ। ਇਸ ਤਰ੍ਹਾਂ ਗੁਰੂ ਕੇ ਸਿੱਖ ਕਹਿੰਦੇ ਪੈਸਾ ਬਰਬਾਦ ਕਰਦੇ ਨੇ। ਆਪਣੇ ਸਤਿਗੁਰੂ ਦੀ ਯਾਦ 'ਚ ਕੀਤਾ ਹੋਇਆ ਕੋਈ ਵੀ ਕਾਰਜ ਭਾਵਨਾ ਵਾਲੇ ਸਿੱਖ, ਸ਼ਰਧਾ ਵਾਲੇ ਸਿੱਖ ਹਮੇਸ਼ਾ ਕਰਦੇ ਰਹੇ ਤੇ ਕਰਦੇ ਰਹਿਣਗੇ। ਤਰਕਾਂ ਕੁਤਰਕਾਂ ਵਾਲਿਆਂ ਦੇ ਟਾਹੇ ਚੜ੍ਹ ਕਰਕੇ ਉਹ ਪਰੰਪਰਾ ਬੰਦ ਨਹੀਂ ਕਰ ਸਕਦੇ। ਸਤਿਗੁਰੂ ਪਾਤਸ਼ਾਹ ਵਾਸਤੇ ਮਿੱਠਾ ਜਲ ਲੈ ਕਰਕੇ ਆਈ ਹੈ ਚੰਦੂ ਦੀ ਨੂੰ। ਸਤਿਗੁਰੂ ਪਾਤਸ਼ਾਹ ਨੇ ਉਹਦੀ ਸੇਵਾ ਪ੍ਰਵਾਨ ਕੀਤੀ, ਭਾਵੇਂ ਕਿ ਜਲ ਗ੍ਰਹਿਣ ਨਹੀਂ ਕੀਤਾ, ਜਲ ਨਹੀਂ ਛਕਿਆ, ਪਰ ਸਿੱਖ ਧਰਮ ਦੇ ਵਿੱਚ ਉਸ ਸਮੇਂ ਤੋਂ ਇਹ ਪਰੰਪਰਾ ਚੱਲਦੀ ਆਈ ਹੈ ਕਿ ਗੁਰੂ ਕੇ ਸਿੱਖ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਦਿਵਸ 'ਤੇ ਸ਼ਹੀਦੀ ਪੁਰਬਾਂ ਨੂੰ ਮਨਾਉਂਦਿਆਂ ਹੋਇਆਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਉਂਦੇ ਹਨ। ਸੋ ਭਾਈ ਸਾਹਿਬ ਇੱਥੇ ਦੱਸ ਰਹੇ ਨੇ ਕਿ ਕੇਵਲ ਪਾਣੀ ਨਹੀਂ, ਦਰਬਾਦਕ ਵਸਤੂ ਗਨ ਸੰਗਤ, ਜੋ ਪੈਸਾ ਧੇਲਾ ਬਹੁਤ ਸਾਰੀਆਂ ਵਸਤੂਆਂ ਪਦਾਰਥ ਦਿਓ ਬਹੁਤ ਪੁਨ ਰਹਿਓ ਨਾ ਮੰਗਤ। ਗੁਰੂ ਕੇ ਸਿੱਖਾਂ ਨੇ ਸਤਿਗੁਰੂ ਦੀ ਯਾਦ ਵਿੱਚ ਸੇਵਾਵਾਂ ਕੀਤੀਆਂ। ਕੋਈ ਭੁੱਖਾ ਕੋਈ ਮੰਗਤਾ ਖਾਲੀ ਨਹੀਂ ਰਿਹਾ। ਸਾਰੇ ਨਿਹਾਲ ਹੋ ਗਏ। ਸਾਹਿਬ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ, ਸਾਹਿਬਾਂ ਦੇ ਪਰਉਪਕਾਰਾਂ ਨੂੰ ਗੁਰੂ ਕੇ ਸਿੱਖ ਯਾਦ ਕਰ ਰਹੇ ਨੇ। ਸਿੱਖਾਂ ਦੇ ਹਿਰਦੇ ਦੀ ਅਵਸਥਾ ਹਾਲਤ ਬੜੀ ਬੇਬਲ ਹੋਈ ਹੈ। ਨਾ ਚਾਹੁੰਦਿਆਂ ਹੋਇਆਂ ਵੀ ਹਿਰਦਾ ਜਦੋਂ ਛਲਕਦਾ ਤੇ ਨੇਤਰਾਂ ਵਿੱਚੋਂ ਜਲ ਵਹਿ ਤੁਰਦਾ ਹੈ। ਫਿਰ ਗੁਰੂ ਕਾ ਸਿੱਖ ਕੋਈ ਹੌਸਲਾ ਦਿੰਦਾ, ਭਾਈ ਗੁਰੂ ਕੀ ਬਾਣੀ ਦਾ ਕੀਰਤਨ ਕਰੋ, ਕੀਰਤਨ ਸੁਣੋ, ਬਾਣੀ ਸਰਵਣ ਕਰੋ, ਬਾਣੀ ਪੜ੍ਹੋ। ਇਹੀ ਸਤਿਗੁਰੂ ਪਾਤਸ਼ਾਹ ਦੀ ਸੱਚੀ ਤੇ ਸੁੱਚੀ ਯਾਦ ਹੈ। ਦਿਲ ਨੂੰ ਢਹਿੰਦੀ ਕਲਾ ਵਿੱਚ ਨਾ ਲੈ ਕੇ ਜਾਓ। ਸੱਚ ਹੈ ਕਿ ਜਿਸ ਸਮੇਂ ਗੁਰੂ ਅਰਜਨ ਦੇ ਪਾਤਸ਼ਾਹ ਦੀ ਸ਼ਹੀਦੀ ਹੋਈ, ਇੱਕ ਤਰ੍ਹਾਂ ਸਾਰੇ ਸਿੱਖ ਜਗਤ ਦੇ ਅੰਦਰ ਬੜਾ ਭਾਰੀ ਸ਼ੋਕ ਛਾ ਗਿਆ ਸੀ। ਸਿੱਖਾਂ ਦੇ ਮਨਾਂ ਵਿੱਚ ਇੱਕ ਪ੍ਰਕਾਰ ਇੱਕ ਸਮੇਂ ਬੜੀ ਭਾਰੀ ਢਹਿੰਦੀ ਕਲਾ ਆ ਗਈ। ਬਹੁਤ ਦੁੱਖ ਤੇ ਗਮ ਦੇ ਵਹਿਰ ਵਿੱਚ ਸਿੱਖ ਵਹਿ ਤੁਰੇ ਸਨ। ਪਰ ਥੋੜ੍ਹੇ ਸਮੇਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ ਜੋਸ਼ੀਲੀਆਂ ਤਕਰੀਰਾਂ ਨੇ ਅਣਖ ਤੇ ਗੈਰਤ ਐਸੀ ਭਰੀ ਕਿ ਜਿਨ੍ਹਾਂ ਸਿੱਖਾਂ ਦੇ ਹਿਰਦੇ ਕਿਸੇ ਸਮੇਂ ਰੋਂਦੇ ਸਨ,
ਹੁਣ ਵੀਰ ਰਸ ਦੇ ਨਾਲ, ਰੋਹ ਦੇ ਨਾਲ ਭਰੇ ਹੋਏ ਜ਼ਾਲਮਾਂ ਦੇ ਸਿਰ ਵੱਢਣ ਵਾਸਤੇ ਅੱਗੇ ਉਹ ਕਰਕੇ ਲੜਦੇ ਹਨ। ਸਦੀਆਂ ਤੋਂ ਗੁਲਾਮੀ ਚੱਲਦਾ ਹੈ। ਭਾਰਤ ਵਰਸ਼ ਹਿੰਦੁਸਤਾਨ ਦੇ ਲੋਕਾਂ ਦੇ ਗਲਾਂ ਵਿੱਚੋਂ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਕੇ ਮੇਰੀ ਪੀਰ ਦੇ ਮਾਲ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉੱਥੇ ਢਾਡੀ ਵਾਰਾਂ ਗੈਣ ਕਰਵਾਈਆਂ ਔਰ ਆਪ ਇਹੋ ਜਿਹੀਆਂ ਜਸ਼ੀਲੀਆਂ ਤਕਰੀਰਾਂ ਕੀਤੀਆਂ ਕਿ ਢਹਿੰਦੀ ਕਲਾ ਵਿੱਚ ਦੁੱਖਾਂ ਦੇ ਆਲ ਵਿੱਚ ਡੁੱਬੇ ਹੋਏ ਗੁਰੂ ਕੇ ਸਿੱਖਾਂ ਦੇ ਹਿਰਦੇ ਵਿਕਾਸ ਤੇ ਖੇੜੇ ਵਿੱਚ ਆ ਕੇ ਚੜ੍ਹਦੀਆਂ ਕਲਾਂ ਵਿੱਚ ਵਿਚਰਨ ਲੱਗੇ। ਹੱਸ ਹੱਸ ਕੇ ਆਪਣੇ ਸਾਹਿਬਾਂ ਤੋਂ ਆਪਣੀ ਜ਼ਿੰਦਗੀ ਨਿਸ਼ਾਵਰ ਕਰਦੇ ਹੋਏ ਕੁਰਬਾਨੀਆਂ ਦੇ ਪਿੜ ਵਿੱਚ ਕੁੱਦ ਪਏ। ਮਹਾਨ ਸ਼ਹਾਦਤਾਂ ਗੁਰੂ ਕੇ ਸਿੱਖਾਂ ਨੇ ਦਿੱਤੀਆਂ। ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਨੇ ਇੱਕ ਨਵਾਂ ਰੰਗ, ਇੱਕ ਨਵੀਂ ਰੂਹ ਸਿੱਖਾਂ ਦੇ ਹਿਰਦਿਆਂ ਵਿੱਚ ਭਰ ਦਿੱਤੀ ਕਿ ਮੁਰਦਾ ਹੋਈਆਂ ਕੌਮਾਂ ਨੂੰ ਨਵਾਂ ਜੀਵਨ ਦਾਨ ਬਖਸ਼ਿਸ਼ ਕਰ ਦਿੱਤਾ। ਤਾਈਏ ਕਵੀ ਸੱਜਣ ਕਹਿੰਦੇ ਨੇ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਐਸੇ ਦੀਨ ਦਿਆਲ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਸੱਚੇ ਸਾਹਿਬ ਜੀ ਨੇ ਮਹਾਨ ਸ਼ਹਾਦਤ ਅਸੂਲਾਂ ਤੇ ਪਹਿਰਾ ਦਿੰਦਿਆਂ ਹੋਇਆਂ ਦਿੱਤੀ ਔਰ ਕੌਮ ਨੂੰ ਸੱਚ ਧਰਮ ਤੇ ਦ੍ਰਿੜ ਰਹਿਣ ਦੀ ਪ੍ਰਤਿੱਗਿਆ ਵਿੱਚ ਪੂਰਾ ਉਤਰਨ ਵਾਸਤੇ, ਖਰਾ ਉਤਰਨ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸ਼ਹੀਦੀ ਪ੍ਰਾਪਤ ਕੀਤੀ ਹੈ। ਇਹ ਸਾਹਿਬਾਂ ਦੀ ਸ਼ਹੀਦੀ ਦਾ ਪ੍ਰਸੰਗ ਸਨ ਜੋ ਆਪ ਜੀ ਨੇ ਸਰਵਣ ਕੀਤੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਨਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਦਰਬਾਦਿਕ ਵਸਤੂ ਗਨ ਸੰਗਤ, ਦਿਓ ਬਹੁਤ ਪੁਨ ਰਹਿਓ ਨਾ ਮੰਗਤ। ਵਾਹੇ ਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਸੇ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ
ਰਾਖੈ ਸਦਾ ਵਿਵੇਕ। हे अपरंपर हर हरे है ਪੀ ਹੋਵਨ ਹਾਰ। हे संत है कै सदा संग ਤਾਰਾ ਦਾਰ। हे ठाकुर हाँ दास रो मैं ਨਿਰਗੁਣ ਗੁਣ ਨਹੀਂ ਕੋਏ। नानक दीजै नाम दान ਰਾਖੋ ਹੀਐ ਪਰੋਏ। आए प्रभ शरणागति कृपा ਨਿਦ ਦਇਆਲ। एक अक्षर हार मान बसत ਨਾਨਕ ਹੋਤ ਨਿਹਾਲ। वाहिगुरु नाम जहाज है ਚੜੇ ਸੋ ਉਤਰੇ ਪਾਰ। जो शरदा कार सेवंदे ਗੁਰ ਪਾਰ ਉਤਾਰਨਹਾਰ। जो शरदा कार सेवंदे ਗੁਰ ਪਾਰ ਉਤਾਰਨਹਾਰ। वाहिगुरु जी का खालसा वाहिगुरु जी की फतेह।